आद निरंजन है गुरु नानक, धार के मूरत है जग आयो। लोक सुनियो परलोक सुनियो, बिद लोक सुनियो सब दर्शन पायो। संगत पार उतारन को, गुरु नानक साहिब पंथ चलायो। वाहिगुरु श्री गुरु नानक साहिब, धार के मूरत है जग आयो। आद करो गुरुदेव को बंदन, वाहिगुरु मुख माहे उचारी। दुए कर जोर करो चरण पर, जाऊं सदा गुर को बलिहारी। कान सुनै उपमा गुर की, गुर मूरत ध्यान हृदय मह धारी। वाहिगुरु श्री गुरु नानक साहिब, सेवक शरण गही दरबारी। डंडौत बंदन अनक वार, सर्व कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन प्रगास। मूह पुचरै शास्त्र खाट, पिंग गिरन चढ़ जाए। अंध लखै बदरो सुनै, जो काल कृपा कराए। गुरु नानक परशोत्तमं, परम प्रावरनाथ। जुगल चरण मम बंदना, धर कर धर परमाथ। गुरु नानक सुख सिंधु को, हाथ जोर प्रणाम। जिस करना ते वड्यागी, पाव है गत विश्राम। सतनाम श्री वाहिगुरु साहिब जी। राग बिलावल महला पंजवा। दो पदे कार नावा, एक ओंकार। सतगुर प्रसाद, आपै मेल लए। जब ते शरण तुम्हारी आए, तब ते दुख गए। आपै मेल लए, जब ते शरण तुम्हारी आए। तब ते दुख गए। रहाओ तज अभिमान, आर चिंत बिरानी। साध है शरण पए, जप जप नाम तुम्हारो प्रीतम। तन ते रोग गए, जप जप नाम तुम्हारो प्रीतम। तन ते रोग खाए। महामुगध अजान अज्ञानी, राखे धार दए। कहो नानक गुर पूरा भेटिया। आमन जान रहे। कहो नानक गुर पूरा भेटियो। आमन जान रहे।
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਉਦਮ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਚੱਲ ਰਹੇ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ, ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦੇ ਹੋ। ਅੱਜ 27 ਵਿਸਾਖ ਦਾ ਇਹ ਖਾਲਸਾ ਪੰਥ ਦੇ ਅੰਦਰ ਜੋ ਡੋਗਰਾ ਸ਼ਾਹੀ ਦੇ ਸ਼ਿਕਾਰ ਹੋ ਕੇ ਸਿੱਖ ਫੌਜਾਂ ਨੂੰ ਗੁੰਮਰਾਹ ਕੀਤਾ ਗਿਆ, ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਵਾਲੇ ਤਥਾ ਉਹਨਾਂ ਦੀ ਸ਼ਰਨ ਵਿੱਚ ਆਏ ਹੋਏ ਬਹੁਤ ਸਾਰੇ ਸਿੱਖ ਸਰਦਾਰ ਔਰ ਮਹਾਰਾਜਾ ਰਣਜੀਤ ਸਿੰਘ ਦੇ ਕੁਝ ਸ਼ਹਿਜ਼ਾਦੇ ਤੇ ਹੋਰ ਬੇਅੰਤ ਪਿਆਰ ਵਾਲੀਆਂ ਜੋ ਸੰਗਤਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਏ ਔਰ ਅੰਗਰੇਜ਼ ਜਿਨ੍ਹਾਂ ਦਾ ਰਾਜ ਤਕਰੀਬਨ ਸਾਰੇ ਭਾਰਤ ਵਿੱਚ ਵੀ ਹੋ ਚੁੱਕਾ ਸੀ ਔਰ ਬਹੁਤ ਸਾਰੇ ਸਟੇਟਾਂ ਦੇ ਜਿਹੜੇ ਰਾਜੇ ਮਹਾਰਾਜੇ ਉਹਨਾਂ ਨੇ ਉਹਨਾਂ ਦੀ ਦੀਨਤਾ ਕਬੂਲ ਕੀਤੀ ਹੋਈ ਸੀ। ਸਿਰਫ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਜੋ ਇਹ ਖਾਲਸਾ ਰਾਜ ਕਾਇਮ ਕੀਤਾ ਸੀ, ਜੋ 40 ਸਾਲ ਬਹੁਤ ਸੁੰਦਰ ਢੰਗ ਨਾਲ ਚਲਾਇਆ, ਬੜੇ ਨਿਆਂ ਇਨਸਾਫ ਦਾ ਰਾਜ ਸੀ। ਕਿ ਅੰਗਰੇਜ਼ ਚਾਹੁੰਦੇ ਸੀ ਕਿ ਇਸ ਨੂੰ ਵੀ ਆਪਣੇ ਰਾਜ ਵਿੱਚ ਮਿਲਾਇਆ ਜਾਏ, ਉਦੋਂ ਤੱਕ ਸਾਡਾ ਸਾਮਰਾਜ ਅਧੂਰਾ ਹੈ। ਔਰ ਕਦੋਂ ਲਾਹੌਰ ਜੋ ਖਾਲਸੇ ਦੀ ਰਾਜਧਾਨੀ, ਜਿੱਥੇ ਖਾਲਸੇ ਦਾ ਕੇਸਰੀ ਨਿਸ਼ਾਨ ਝੁੱਲ ਰਿਹਾ ਹੈ, ਇਹ ਉਤਾਰ ਕੇ ਯੂਨੀਅਨ ਜੈਕ ਜੋ ਉਹਨਾਂ ਦਾ ਝੰਡਾ ਉਹ ਚਲਾਇਆ ਜਾਏ। ਉਹਨਾਂ ਦੀ ਜਿਹੜੀ ਕੁਟਲ ਨੀਤੀ ਸੀ, ਇਹ ਡੋਗਰਿਆਂ ਦੇ ਨਾਲ ਉਹਨਾਂ ਨੇ ਕੋਈ ਸਾਂਝ ਸੌਦੇਬਾਜ਼ੀ ਕਰਕੇ ਕਿ ਤੁਸੀਂ ਸਾਡੀ ਮਦਦ ਕਰੋ, ਤੁਹਾਨੂੰ ਜੰਮੂ ਕਸ਼ਮੀਰ ਦਾ ਜਿਹੜਾ ਇਲਾਕਾ ਤੁਸੀਂ ਪਹਾੜੀਏ ਆ ਉਹ ਦੇ ਦਿਆਂਗੇ, ਔਰ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪਿਸ਼ੌਰ ਮੁਲਤਾਨ ਪੰਜਾਬ ਇਹ ਸਾਰਾ ਸਾਡੀ ਝੋਲੀ ਪਾਇਆ ਜਾਏ। ਐਸੀ ਇਹਨਾਂ ਦੀ ਅੰਦਰ ਖਾਤੇ ਗੰਢ ਧੁੱਪ ਹੋ ਗਈ ਸੀ। ਉਸ ਵੇਲੇ ਖਾਲਸਾ ਰਾਜ ਵਿੱਚ
ਇੱਕੋ ਇੱਕ ਧਰਮ ਨੂੰ ਮੰਨਣ ਵਾਲੀ ਸ਼ਖਸੀਅਤ ਸੀ। ਧੰਨ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ। ਕਿ ਜਦੋਂ ਤੱਕ ਇਹ ਸਰੀਰ ਕਰਕੇ ਜਿੰਦੇ ਆ, ਇਹ ਸਾਰੇ ਪੰਥ ਨੂੰ ਇਕੱਠਾ ਰੱਖਣਗੇ। ਧਾਰਮਿਕ ਤੌਰ 'ਤੇ ਵੀ ਹਰ ਪੱਖੋਂ ਤੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ, ਉਹਨਾਂ ਨੂੰ ਬਾਬਾ ਸਾਹਿਬ ਹਮਬੇਦੀ ਨੇ ਆਸ਼ੀਰਵਾਦ ਦੇ ਕੇ ਇਹ ਰਾਜ ਕਾਇਮ ਕਰਾਇਆ ਸੀ। ਅਤੇ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਚਰਨ ਸੇਵਕ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਦਾ ਗੁਰਭਾਈ ਨਾਤਾ ਵੀ ਸੀ। ਉਹ ਰਾਜਨੀਤਿਕ ਤੌਰ 'ਤੇ, ਧਾਰਮਿਕ ਤੌਰ 'ਤੇ ਸ਼ਖਸੀਅਤਾਂ ਸਨ। ਇਹਨਾਂ ਦੇ ਮਨ ਸੀ ਕਿ ਜਦੋਂ ਤੱਕ ਇਹ ਬਾਬਾ ਵੀਰ ਸਿੰਘ ਜੀ ਸਰੀਰ ਕਰਕੇ ਜਿੰਦਾ ਹਨ, ਇਹ ਸਾਡੀ ਦਾਲ ਗਲੇਗੀ ਨਹੀਂ। ਉਹਨਾਂ ਨੇ ਆਪਣੇ ਬੰਦੇ ਵਿੱਚ ਐਸੇ ਬਾੜੇ, ਉੱਪਰੋਂ ਤਾਂ ਉਹ ਲੱਗਦੇ ਸੀ ਵੀ ਅਸੀਂ ਸਿੱਖ ਰਾਜ ਦੇ ਹਿਤੈਸ਼ੀ ਹਾਂ, ਅੰਦਰ ਖਾਤੇ ਉਹ ਜੜ੍ਹਾਂ ਵੱਢ ਰਹੇ ਸੀ ਸਿੱਖ ਰਾਜ ਦੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਖੜਕ ਸਿੰਘ ਨੂੰ ਇਹ ਸੱਤਾ ਸੌਂਪ ਗਏ ਸੀ। ਧਿਆਨ ਸਿੰਘ ਜੀ ਡੋਗਰਾ ਬਚਨ ਵੀ ਲਏ, ਹੋਰਨਾਂ ਤੋਂ ਵੀ ਮਨ ਦੇ ਕਪਟੀ ਸਨ। ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਗੂੰਦਾਂ ਗੁੰਦੀਆਂ ਸੀ ਉਹ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਦਾ ਕਾਲ ਕਰਨਾ, ਫਿਰ ਨੌ ਨਿਹਾਲ ਸਿੰਘ ਨੂੰ ਮਾਰਨਾ, ਖਾਨਾ ਜੰਗੀ ਜਿਵੇਂ ਸ਼ੁਰੂ ਕਰਾਈ, ਔਰ ਉਹਦੇ ਵਿੱਚ ਫਿਰ ਮਹਾਰਾਜਾ ਸ਼ੇਰ ਸਿੰਘ, ਉਹਦਾ ਪੁੱਤਰ ਪ੍ਰਤਾਪ ਸਿੰਘ ਵਗੈਰਾ ਕਿਵੇਂ ਕੁਝ ਜਿਹੀਆਂ ਚਾਲਾਂ ਦੇ ਨਾਲ ਉਹਨਾਂ ਦਾ ਵੀ ਘਾਤ ਕੀਤਾ ਗਿਆ। ਇਹ ਬੜੀ ਲੰਬੀ ਹਿਸਟਰੀ ਹੈ। ਤੋ ਬਾਬਾ ਵੀਰ ਸਿੰਘ ਜੀ ਚਾਹੁੰਦੇ ਸੀ ਵੀ ਬੜੀ ਮਿਹਨਤ ਦੇ ਨਾਲ ਇਹ ਖਾਲਸਾ ਰਾਜ ਬਣਿਆ, ਇਸੇ ਤਰ੍ਹਾਂ ਹੀ ਇਹ ਸੁਰੱਖਿਅਤ ਰਹੇ। ਪਰ ਇਹਨਾਂ ਨੂੰ ਇਹ ਕੁਝ ਚੰਗਾ ਨਹੀਂ ਸੀ ਲੱਗਦਾ ਅਤੇ ਜਿਹੜਾ ਖਜ਼ਾਨਾ ਸੀ ਉਹ ਹੀਰਾ ਸਿੰਘ ਡੋਗਰੇ ਦੇ ਹੱਥ ਸੀ। ਅਤੇ ਫੌਜਾਂ ਨੂੰ ਕੁਝ ਲਾਲਚ ਦੇ ਕੇ ਗਲਤ ਬਹਿਕਾਵੇ ਦੁਆਰਾ ਆਪਣੇ ਪੱਖ ਵਿੱਚ ਜੋੜਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਕੁਝ ਸਰਦਾਰ ਬਾਬਾ ਜੀ ਦੀ ਸ਼ਰਨ ਵਿੱਚ ਆਏ ਅਤੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਜੇ ਤਾਂ ਤੁਸੀਂ ਯੁੱਧ ਜੰਗ ਕਰਨਾ ਚਾਹੁੰਦੇ ਫਿਰ ਆਪਣਾ ਡੇਰਾ ਪਾਸੇ ਕਰ ਲਓ, ਅਸੀਂ ਇਹ ਨਹੀਂ ਚਾਹੁੰਦੇ ਕਿ ਭਰਾ ਮਾਰੂ ਜੰਗ ਹੋਵੇ, ਕਿ ਕੱਲ੍ਹ ਨੂੰ ਇਤਿਹਾਸ ਇਹ ਗੱਲ ਕਹੇ ਕਿ ਬਾਬਾ ਵੀਰ ਸਿੰਘ ਜੀ ਨੇ ਸਿੱਖ ਫੌਜਾਂ ਨੂੰ ਆਪਸ ਵਿੱਚ ਲੜਾ ਕੇ ਮਰਵਾ ਦਿੱਤਾ ਕਿ ਖਾਲਸਾ ਰਾਜ ਜਿਹੜਾ ਇਹਦਾ ਨੁਕਸਾਨ ਕੀਤਾ। ਪਰ ਉਹ ਜਿੰਨੇ ਸਿੱਖ ਸਰਦਾਰ ਸੀਗੇ ਉਹਨਾਂ ਨੇ ਬਾਬਾ ਜੀ ਦਾ ਤਿਆਗ ਕਰਨਾ, ਉਹਨਾਂ ਨੂੰ ਛੱਡਣਾ ਪਸੰਦ ਨਾ ਕੀਤਾ ਕਿ ਜੋ ਹੋਵੇਗਾ ਠੀਕ ਹੈ। ਅਤੇ ਬਾਬਾ ਜੀ ਦੇ ਬਚਨ ਸੀ ਕਿ ਆਪਣਿਆਂ 'ਤੇ ਵਾਰ ਨਹੀਂ ਕਰਨਾ, ਸ਼ਰਨਾਰਥੀ ਨਹੀਂ ਦੇਣੇ, ਆਪਾਂ ਵਾਰ ਦੇਣਾ। ਇਸ ਵਚਨ ਦੇ ਅੰਦਰ ਸੂਰਬੀਰ ਬਚਨ ਕੇ ਬਲੀ
ਕੌਲਾਂ ਬੱਕਰੀ ਸੰਤਾਂ ਸੰਤ ਹੈ ਛਵੀ। ਪਰ ਉੱਧਰ ਜਿਹੜੇ ਉਹ ਲੋਕ ਸੀ, ਉਹਨਾਂ ਦੇ ਦਿਮਾਗ ਨੂੰ ਐਸਾ ਭੂਤ ਚਿੰਬੜਿਆ ਹੋਇਆ ਸੀ, ਉਹਨਾਂ ਨੇ ਕੋਈ ਗੱਲ ਵਿਚਾਰੀ ਨਹੀਂ, ਸਮਝੀ ਨਹੀਂ। ਇਹ ਦੂਏ ਪਾਸੇ ਤੇ ਸਾਰੇ ਨਾਮ ਬਾਣੀ ਵਿੱਚ ਲੱਗੇ ਹੋਏ ਆ। ਇਹ ਬਾਬਾ ਮਹਾਰਾਜ ਸਿੰਘ ਲੰਗਰ ਤਿਆਰ ਕਰ ਰਿਹਾ ਸੀ, ਪਰ ਇਹਨਾਂ ਦੇ ਦਿਮਾਗਾਂ 'ਤੇ ਐਸਾ ਭੂਤ ਸਵਾਰ ਹੋਇਆ, ਵਿਨਾਸ਼ ਕਾਲੇ ਵਿਪਰੀਤ ਬੁੱਧੇ ਵਾਲੀ ਗੱਲ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ। ਬਸ 80,000 ਫੌਜ ਲਾਹੌਰ ਤੋਂ, ਜਿਹੜੀ ਕਦੀ ਮਲਤਾਨ ਨੂੰ, ਪਿਸ਼ਾਵਰ ਨੂੰ, ਕਸ਼ਮੀਰ ਅਥਵਾ ਕਾਬਲ ਕੰਧਾਰ ਵੱਲ ਜਾਂਦੀ ਸੀ, ਚੀਨ 'ਤੇ ਹਮਲੇ ਕਰਦੀ ਸੀ, ਉਹ ਅੱਜ ਆਪਣੇ ਹੀ ਭਰਾਵਾਂ ਮਹਾਂਪੁਰਖਾਂ 'ਤੇ ਚੜ੍ਹਾਈ ਗਈ। ਵੱਡੀਆਂ ਛੋਟੀਆਂ ਤੋਪਾਂ। ਸਵੇਰੇ ਅੰਮ੍ਰਿਤ ਵੇਲਾ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਹੋ ਰਿਹਾ ਸੀ। ਬਾਕੀ ਸਿੰਘ ਸਾਰੇ ਆਪਣਾ ਨਿਤਨੇਮ ਵਗੈਰਾ ਕਰਾ ਰਹੇ ਸੀ, ਅਤੇ ਬਾਬਾ ਮਹਾਰਾਜ ਸਿੰਘ ਲੰਗਰ ਦੀ ਸੇਵਾ ਦੇ ਵਿੱਚ ਸੀਗੇ। ਇਹ ਨਹੀਂ ਦੇਖਿਆ ਵੀ ਹੁਣ ਤਾਂ ਉਹ ਇਸ ਵੇਲੇ ਨਿਤਨੇਮ 'ਚ ਲੱਗੇ ਹੋਏ ਆ, ਕਿ ਕੋਈ ਵੀ ਹੱਥ ਵਗੈਰਾ ਨਹੀਂ ਚੁੱਕੇ ਚੁਕਾਏਗਾ। ਬਸ ਹਮਲਾ ਕਰ ਦਿੱਤਾ ਗਿਆ, ਕਿਉਂਕਿ ਇੱਧਰ ਤਾਂ ਕੋਈ ਵੀ ਐਸਾ ਨਹੀਂ ਸੀ ਵੀ ਜਿਹੜਾ ਮਹਾਂਪੁਰਸ਼ਾਂ ਬਚਨ ਲੰਘੇ ਆਪਣਿਆਂ ਦੇ ਵਾਰ ਕਰੇ, ਪਰ ਇਹਨਾਂ ਨੇ ਕੋਈ ਗੱਲ ਸੋਚੀ ਵਿਚਾਰੀ ਨਹੀਂ। ਤਕਰੀਬਨ 13,000 ਸਿੱਖ ਸਰਦਾਰ ਬਾਬਾ ਜੀ ਸਮੇਤ ਇਹਨਾਂ ਨੇ ਤੋਪਾਂ ਦੇ ਨਾਲ ਉਡਾਏ। ਇਹ 27 ਵਿਸਾਖ ਔਰ 1844 ਦੇ ਵਿੱਚ ਮੁੱਠਿਆਂ ਵਾਲੇ ਸਾਕਾ ਵਰਤਿਆ ਅਤੇ ਬਾਬਾ ਜੀ ਦਾ ਜਲ ਪ੍ਰਵਾਹ ਕੀਤਾ। ਬਾਅਦ 'ਚ ਫਿਰ ਉਹ ਸਰੀਰ ਜਿਹੜਾ ਸੀ ਦਰਿਆ ਵਿੱਚ ਕਿਸੇ ਜਗ੍ਹਾ ਰੁਕ ਗਿਆ। ਫਿਰ ਗੰਡਾ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਸਮੇਂ ਮੁਤਾਬਕ ਫਿਰ ਸੰਸਕਾਰ ਕੀਤਾ। ਉਹ ਭੂਤੀ ਜਿਹੜੀ ਸੀ ਬਹੁਤ ਸਥਾਨਾਂ 'ਤੇ ਲਿਜਾ ਕੇ ਦਮਦਮੇ ਕਾਇਮ ਕੀਤੇ। ਬਾਅਦ ਵਿੱਚ ਫਿਰ ਔਰੰਗਾਬਾਦ ਬਾਬਾ ਖੁਦਾ ਸਿੰਘ ਜੀ ਨੂੰ ਇਹ ਸੇਵਾ ਸੰਗਤ ਵੱਲੋਂ ਮਿਲੀ। ਉਹਨਾਂ ਨੇ ਫਿਰ ਆਪਣੇ ਛੋਟੇ ਗੁਰੂ ਭਾਈ ਬਾਬਾ ਮਹਾਰਾਜ ਸਿੰਘ ਇਹਨਾਂ ਨੇ ਬਹੁਤ ਕਾਲ ਕਾਲੀ ਸੇਵਾ ਕੀਤੀ ਹੈ। ਆਪਣੇ ਹੱਥੀਂ ਦਸਤਾਰ ਉਹਨਾਂ ਨੂੰ ਸਜਾ ਦਿੱਤੀ। ਉਹਨਾਂ ਨੇ ਫਿਰ ਔਰੰਗਾਬਾਦ ਇਹ ਸੇਵਾ ਸੰਭਾਲ ਕੀਤੀ। ਬਾਅਦ ਵਿੱਚ ਫਿਰ ਰਾਣੀ ਜਿੰਦਾ ਨੇ ਉਹਨਾਂ ਨੂੰ ਬੇਨਤੀ ਕੀਤੀ ਬਾਗਡੋਰ ਸਾਂਭੀ ਜਾਏ, ਕਿ ਸਿੱਖ ਰਾਜ ਦਾ ਬੇੜਾ ਡੁੱਬਣ ਕਿਨਾਰੇ ਹੈ। ਉਹਨੇ ਫਿਰ ਬੜਾ ਸੰਘਰਸ਼ ਕੀਤਾ। ਗਦਾਰਾਂ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਇਆ। ਉਹ ਫਿਰ ਸਿੰਘਾਪੁਰ ਦੀਆਂ ਕਾਲ ਕੋਠੜੀਆਂ 'ਚ ਆਪਣੇ ਕਰਨ ਸੇਵਕ ਬਾਬਾ ਖੜਕ ਸਿੰਘ ਦੇ ਨਾਲ 5 ਜੁਲਾਈ 1856 ਨੂੰ ਉੱਥੇ ਹੀ ਸ਼ਹੀਦ ਹੋਏ। ਇੱਧਰ ਫਿਰ ਜੁਦੇ ਜੁਦੇ ਅਸਥਾਨ ਉਹਨਾਂ ਦੇ ਹੈ। ਰਤੋਕੇ ਔਰੰਗਾਬਾਦ ਹੈ, ਅਤੇ ਹੋਰ ਵੀ ਬੇਅੰਤ ਕੋਈ ਪਾਕਿਸਤਾਨ 'ਚ ਰਹਿ ਗਏ, ਕੋਈ ਇੱਧਰ ਹੈਗੇ ਆ ਗਗੂਏ ਹੈ, ਭਗਾਲੀ ਹੈ। ਇਸ ਤਰ੍ਹਾਂ ਮਤਲਬ ਦੁਆਬੇ 'ਚ ਵੀ ਕੱਟਾ ਟਿੱਬਾ ਅਤੇ ਸ਼ਿਕਾਵਗੜ੍ਹ ਹੈ, ਜੱਗੋਵਾਲ, ਗਿੱਦੜਪਿੰਡੀ ਹੈ, ਮਲਸੀਆਂ ਹੈ, ਅਤੇ ਜੋ ਕੱਟੇ ਟਿੱਬੇ ਆ ਇਹ ਸਥਾਨ ਵੀ ਕਾਫੀ ਚੜ੍ਹਦੀ ਕਲਾ 'ਚ ਰਿਹਾ। ਬਾਬਾ ਜੀ ਦੇ ਉਹ ਸੇਵਾਦਾਰ ਟੇਕ ਸਿੰਘ ਸੀ,
ਉਹਨਾਂ ਨੇ ਫਿਰ ਇੱਥੇ ਕਾਹਨ ਸਿੰਘ ਦੀ ਸੇਵਾ ਲਾਈ ਸੀ। ਫਿਰ ਖੜਕ ਸਿੰਘ, ਭਾਗ ਸਿੰਘ, ਜਗ ਸਿੰਘ, ਸੰਤ ਕਰਤਾਰ ਸਿੰਘ ਇਹ ਮਹਾਂਪੁਰਖ ਸੇਵਾ ਨਿਭਾਉਂਦੇ ਰਹੇ। ਸੋ ਇਸ ਤਰ੍ਹਾਂ ਇਹ ਜਿਹੜਾ 27 ਵਿਸਾਖ ਦਾ ਦਿਨ ਹੈ, ਇਹ ਤਕਰੀਬਨ ਜਿੰਨੇ ਵੀ ਉਹਨਾਂ ਦੇ ਸਥਾਨ ਹੈ ਉਹਨਾਂ ਸਾਰਿਆਂ 'ਤੇ ਇਹ ਦਿਨ ਔਰੰਗਾਬਾਦ ਵੀ ਮਨਾਇਆ ਜਾਂਦਾ ਹੈ। ਉਹ ਐਤਕੀਆਂ ਲੋਕਡਾਊਨ ਕਰਕੇ ਭਾਵੇਂ ਸੰਗਤਾਂ ਦਾ ਉਤਸ਼ਾਹ ਪਿਆਰ 'ਤੇ ਹੁੰਦਾ ਹੈ, ਪਰ ਜਿਸ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਪਿਛੇ 400 ਸਾਲਾਂ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਵੀ ਫਿਰ ਮਰਜ਼ਾਦਾ ਵਿੱਚ ਹੀ ਸੀਮਤ ਢੰਗ ਨਾਲ ਹੀ ਉਹ ਗੁਰਪੁਰਬ ਮਨਾਇਆ। ਅਤੇ ਬਾਕੀ ਇਹ ਜਿਹੜਾ ਆਪਣੇ ਮਹਾਂਪੁਰਖਾਂ ਦਾ ਇਹ ਸ਼ਹੀਦੀ ਜੋੜ ਮੇਲਾ ਹੈ, ਇਹ ਵੀ ਬੜਾ ਇਕੱਠ ਹੁੰਦਾ ਸੀ। ਉਹ ਵੀ ਫਿਰ ਹੁਣ ਆ ਬਿਮਾਰੀ ਇਹ ਕਰਕੇ ਸੀਮਿਤ ਢੰਗ ਨਾਲ ਸੰਗਤ ਮਨਾ ਰਹੀ। ਸੋ ਆਓ ਜੋ ਲੜੀਵਾਰ ਕਥਾ ਸਥਾਨ 'ਤੇ ਚੱਲਦੀ ਹੈ, ਵਿਚਾਰ ਸ਼ਰਵਣ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਔਰ ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗਜ ਵਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਬਿਲਾਵਲ ਮਹੱਲਾ ਪੰਜਵਾ। ਰਾਗ ਬਿਲਾਵਲ ਹੈ। ਪੰਜਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ, ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਇਹ ਬਹੁਤ ਵੱਡੀ ਦੇਣ ਹੈ, ਕਿਰਪਾ ਕਰ ਗਏ ਹਨ। ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਉਪਦੇਸ਼ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦੋ ਪਦੇ ਹਾਂ, ਦੋ ਪਦੇ, ਦੋ ਪਦਾਂ ਦੇ ਸ਼ਬਦ ਹੋਣਗੇ। ਘਰ ਨਾਵਾਂ ਹਾਂ, ਨੌਵੇਂ ਘਰ ਦੇ ਵਿੱਚ, ਨੌਵੇਂ ਤਾਲ ਦੇ ਵਿੱਚ, ਕਿਉਂਕਿ ਜੋੜੀ ਵਾਲਿਆਂ ਦੇ ਤਾਲ ਵਗੈਰਾ ਹੁੰਦੇ ਆ, ਉਹਦੇ ਵਾਸਤੇ ਉਹ ਸੰਕੇਤ ਦੇ ਦਿੰਦੇ ਹਨ। ਇੱਕ ਓੰਕਾਰ ਮੰਗਲਾਚਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਪਹਿ ਮੇਲ ਲਏ। ਹਾਂ, ਇਹ ਜਿਹੜਾ ਜੀਵ ਆ ਕਿੱਥੋਂ ਉਪਜਿਆ ਕਹਿ ਰਹੇ ਕਹਿ ਮੋਹਿ ਸਮਾਵੈ। ਇਹ ਕਿਵੇਂ ਪੈਦਾ ਹੋਇਆ, ਕਿਹਦੇ ਆਸਰੇ ਰਹਿ ਰਿਹਾ, ਮਰਨ ਤੋਂ ਬਾਅਦ ਕਿੱਥੇ ਜਾ ਕੇ ਸਮਾਉਂਦਾ ਹੈ। ਕਿਉਂਕਿ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਆਪਣੀ ਚਤਰਾਈ ਦੇ ਨਾਲ ਇਹ ਮਿਲ ਸਕੇ ਤੇ ਫਿਰ ਤਾਂ ਬੜਾ ਕਠਿਨ ਹੈ ਨਾ। ਆਪਣੇ ਮਾੜੇ ਕਰਮਾਂ ਨਾਲ ਵਿਛੜ ਜਾਂਦਾ ਹੈ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ। ਕਿਉਂਕਿ ਕਰਮ ਕਰਦਾ ਹੈ ਤੇ ਵਿਛੜ ਜਾਂਦਾ। ਕਈ ਵਾਰੀ ਦੁਨਿਆਵੀ ਤੌਰ 'ਤੇ ਆਪਾਂ ਦੇਖੀਏ, ਕਈ ਬੱਚੇ ਮਾਂ ਪਿਓ ਤੋਂ ਪਰਵਾਰੇ ਹੋ ਜਾਂਦੇ ਹਨ। ਸਮਝਾਇਆ ਕਿਸੇ ਦੇ ਸਮਝਦੇ ਨਹੀਂ।
ਉਹ ਫਿਰ ਉਹਨਾਂ ਨੂੰ ਬਦਖਲ ਕਰ ਦਿੰਦੇ ਆ। ਉਹ ਸਰਕਾਰੀ ਦਰਬਾਰੇ ਉਹ ਬੱਚਿਆਂ ਦੀਆਂ ਕੀਤੀਆਂ ਗਲਤੀਆਂ ਦੇ ਕਾਰਨ ਪੁਲਿਸ ਵਗੈਰਾ ਮਾਂ ਪਿਓ ਨੂੰ ਤੰਗ ਕਰਦੀ ਹੈ। ਉਹ ਅਖਬਾਰ 'ਚ ਵੀ ਕਢਾ ਦਿੰਦੇ ਆ, ਕਹਿੰਦੇ ਅਸੀਂ ਤਾਂ ਵੀ ਇਹ ਬਦਖਲ ਕੀਤਾ ਆ, ਤੁਸੀਂ ਜਾਣੋ ਉਹ ਜਾਣੇ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਹੈ ਨਹੀਂ। ਕਿਉਂ ਵਿਛੜਿਆ ਉਹ? ਕਿਹੜਾ ਮਾਂ ਪਿਓ ਚਾਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਵਿਛੜੇ? ਆਪਣੇ ਦੇਸ਼ ਵਿੱਚ ਤਾਂ ਮਰਨ ਤੱਕ ਕਈ ਪੱਖ ਪੂਰਦੇ ਰਹਿੰਦੇ ਆ, ਬਾਹਰਲੇ ਦੇਸ਼ਾਂ 'ਚ ਤਾਂ 18 ਕੁ ਸਾਲ ਤੱਕ ਹੀ ਰੱਖਦੇ ਆ। ਪਰ ਉਹ ਕਿਉਂ ਐਸਾ ਕਰਨਾ ਪਿਆ? ਉਹ ਕਰਮ ਐਸੇ ਕਰਦੇ ਰਹੇ ਜਿਹਦੇ ਕਾਰਨ ਕਰਮ ਉਹਨਾਂ ਦੇ ਹੁੰਦੇ ਸੀ ਅਤੇ ਮਾਤਾ ਪਿਤਾ ਨੂੰ ਰੋਜ਼ ਕਲੇਸ਼, ਰੋਜ਼ ਸੰਕਟ ਭੋਗਣਾ ਪੈਂਦਾ ਸੀ। ਭਾਵ ਕਿ ਉਹ ਆਪਣੇ ਕਰਮਾਂ ਕਰਕੇ ਵਿਛੜਿਆ ਨਾ। ਇਸ ਤਰ੍ਹਾਂ ਪਰਮਾਤਮਾ ਜਿਹੜਾ ਉਹ ਸਾਰਿਆਂ ਦਾ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧੁ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪਉ ਕਿਹਾ ਕਾੜਾ ਜੀਓ। ਕਿਉਂ ਵਿਛੜਿਆ? ਹੁਣ ਪਿਰਥੀ ਚੰਦ ਮਾਹਾਂ ਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਸੀ। ਧੀਰਮਲ ਵਗੈਰਾ, ਪਿਰਥੀ ਚੰਦ ਆਦਿਕ, ਹੁਣ ਉਹ ਗੁਰੂ ਘਰ ਤੋਂ ਵਿਛੜੇ ਆ। ਹੁਕਮਨਾਮੇ ਵੀ ਹੋਏ ਆ, ਮੀਣੇ ਮਸੰਦੀਏ, ਧੀਰ ਮਲੀਏ, ਰਾਮ ਰਹੀਏ, ਉੜੀ ਮਾਰ ਨੜੀ ਵਾਰ, ਨਰਕ ਧਾਰੀਏ ਵਗੈਰਾ। ਕਿਉਂ ਵਿਛੜੇ? ਕਿਉਂਕਿ ਇਹਨਾਂ ਦੇ ਕਰਮ ਐਸੇ ਸੀ। ਸੋ ਇਸ ਵਾਸਤੇ ਜੇ ਤਾਂ ਕਿ ਗੁਨਾਹ ਬਖਸ਼ਾ ਲੈ ਫਿਰ ਤਾਂ ਉਹ ਬਖਸ਼ਿਆ ਜਾਂਦਾ। ਹੁਣ ਰਾਮ ਰਾਏ ਜੀ ਤੇ ਪੌਂਟਾ ਸਾਹਿਬ ਆ ਗਏ ਸੀ, ਬੇਨਤੀ ਕੀਤੀ, ਖਿਮਾ ਮੰਗ ਲਈ ਸੀ, ਪਰ ਉਹ ਸੰਗਤ ਭੂਤਨੀ ਬਣੀ ਰਹੀ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜੀਵ ਕਿਉਂ ਵਿਛੜਿਆ ਮਹਾਰਾਜ ਨੂੰ? ਕੀਤੇ ਹੋਏ ਕਰਮਾਂ ਦੇ ਮੁਤਾਬਕ ਐਸੇ ਮਾੜੇ ਕਰਮ ਕੀਤੇ, ਉਹ ਸੰਗਤ ਤੋਂ ਟੁੱਟ ਗਏ, ਵਿਛੜ ਗਏ। ਉਹਨਾਂ ਦਾ ਫਿਰ ਮੁੱਲ ਕੋਈ ਨਹੀਂ ਰਹਿੰਦਾ। ਅੱਜ ਵੀ ਤੁਸੀਂ ਦੇਖ ਲਓ, ਕਈਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਲਈਆਂ, ਖਾਲਸਾ ਪੰਥ ਤੋਂ ਜੁਦੇ ਹੋ ਕੇ, ਪਰ ਉਹਨਾਂ ਦਾ ਅਖਬਾਰਾਂ 'ਚ ਸੁਰਖੀਆਂ ਰਹਿ ਜਾਂਦੀਆਂ, ਮੁੱਲ ਕੋਈ ਨਹੀਂ ਰਹਿ ਜਾਂਦਾ। ਮਾੜਾ ਮੋਟਾ ਨਾਂ ਤਾਂ ਚੱਲੀ ਜਾਂਦਾ, ਪਰ ਪੰਥਕ ਤੌਰ 'ਤੇ ਉਹਨਾਂ ਦਾ ਕੋਈ ਸਤਿਕਾਰ ਨਹੀਂ ਰਹਿ ਜਾਂਦਾ। ਜਿਵੇਂ ਉਹਦੇ ਸ਼ਟਾਂਤ ਬਾਣੀ 'ਚ ਹੀ ਹੈ ਨਾ, ਖਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਬਿਰਹਿ ਵਿਛੋੜਾ ਧਣੀ ਸਿਉ ਨਾਨਕ ਸੈਸੈ ਕੰਠ। ਵਕ ਦੀਆਂ ਖਖੜੀਆਂ ਜਿਹੀਆਂ ਜੇ ਤਾਂ ਬੂਟੇ ਨਾਲ ਲੱਗੀਆਂ, ਹਰੀਆਂ ਕਚੂਰ ਬੜੀਆਂ ਸੁੰਦਰ ਲੱਗਦੀਆਂ ਅੰਬਾਂ ਵਾਂਗੂ, ਜਿਲੇ ਵਿਛੜ ਗਈਆਂ, ਪੀਲੀਆਂ ਪੈ ਗਈਆਂ, ਫੁੱਟ ਗਈਆਂ, ਤੁੰਬੇ ਤੁੰਬੇ ਹੋ ਕੇ ਉੱਡਦੀਆਂ ਫਿਰਦੀਆਂ, ਕੋਈ ਮੁੱਲ ਰਿਹਾ? ਇਸ ਤਰ੍ਹਾਂ ਕਈ ਬੰਦਿਆਂ ਨੇ ਪੰਥ ਦੀ ਪਿੱਠ ਵਿੱਚ ਛੁਰੇ ਮਾਰੇ, ਪੰਥ ਨਾਲੋਂ ਟੁੱਟ ਗਏ, ਗ੍ਰੰਥ ਪਾਣੀ ਨਾਲੋਂ ਟੁੱਟ ਗਏ, ਕੋਈ ਮੁੱਲ ਨਹੀਂ। ਧੀਰ ਮਲੀਏ ਦੁਨੀਆ ਜਾਂਦੀ ਤਾਂ ਉੱਥੇ ਵੀ ਬਹੁਤ ਆ, ਪਰ ਉਹ ਸੰਗਤ ਵਾਲੀ ਗੱਲ ਨਹੀਂ, ਸੰਗਤ ਤੋਂ ਟੁੱਟ ਗਏ।
ਟੋਲੇ ਤਾਂ ਮਨਮੁਖਾਂ ਦੇ ਵੀ ਬਹੁਤ ਹੁੰਦੇ ਆ, ਪਰ ਗੁਰਮੁਖਤਾਈ ਵਿੱਚ ਉਹਦਾ ਕਾਰਜ ਹੋ ਗਿਆ ਨਾ। ਗੁਰੂ ਘਰ ਵਿੱਚ ਤਾਂ ਉਹਨਾਂ ਦਾ ਕੋਈ ਖਾਸ ਮਾਣ ਸਨਮਾਨ ਨਹੀਂ ਰਹਿ ਗਿਆ ਹੈ। ਹਾਂ, ਜੇ ਕੋਈ ਗੁਰੂ ਘਰ ਦਾ ਬੜਾ ਉਦਾਰ ਹਿਰਦਾ ਹੈ, ਕਿੱਡਾ ਵੀ ਦੁਰਜਨ ਪਾਪੀ ਆ ਕੇ ਗਲਤੀ ਮੰਗ ਕੇ ਪੰਥ ਵਿੱਚ ਸ਼ਾਮਲ ਹੋਏ ਤੇ ਬਖਸ਼ਿਆ ਵੀ ਵਹਿ ਜਾਂਦਾ ਹੈ। ਇਹ ਘਰ ਬਖਸ਼ਿੰਦ ਦਾ ਵੀ ਹੈ। ਆਪ ਹੈ ਮੇਲ ਲਏ, ਕਦੋਂ ਮਿਲੇਗਾ? ਜਦੋਂ ਗਲਤੀ ਮੰਨੇਗਾ, ਖਿਮਾ ਮੰਗੇਗਾ, ਪਿਛਲੇ ਔਗਣ ਬਖਸ਼ ਲੈ ਪ੍ਰਭਾਗੈ ਮਾਰਗ ਪਾਵੈ, ਫੇਰ ਤਾਂ ਬਖਸ਼ੇ ਜਾਣਗੇ। ਨਹੀਂ ਤੇ ਬਾਬਾ ਵੀਰ ਸਿੰਘ ਨੇ ਕਿਹਾ ਸੀ ਨਾ ਕਿ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਸੀ। ਇਹ ਹੁਣ ਮਲੇਸ਼ ਬੁੱਧ ਹੋ ਗਈ ਹੈ। ਅੱਜ ਹਾਸਾ ਹਮਲਾ ਕਰਦੇ, ਇਹਨਾਂ ਦੀਆਂ ਔਲਾਦਾਂ ਰੋ ਰੋ ਖਿਮਾ ਮੰਗਣਗੇ। ਜੱਟ ਜੱਟ ਨਾਈ ਨਾਈ ਝੀਰ ਝੀਰ ਤਖਾਣ ਤਖਾਣ, ਮੁੜ ਕੇ ਉਹ ਦੇ ਉਹੀ ਬਣ ਗਏ। ਕਿਉਂ? ਜੇ ਤਾਂ ਗੁਰੂ ਮਰਜ਼ਾਦਾ 'ਚ ਰਹਾਂਗੇ ਫਿਰ ਤਾਂ ਬਰਕਤ ਰਹੂ ਖਾਲਸੇ ਦੀ। ਅਤੇ ਜੇ ਹੁਣ ਇਕੱਲੇ ਹੀ ਇਤਿਹਾਸ ਦੀ ਕਥਾ ਪੜ੍ਹਾ ਰਹੇ ਸੀ ਭਾਈ ਰੂਪ ਚੰਦ ਅਤੇ ਸਾਧੂ, ਮਹਾਰਾਜ ਨੇ ਕਿਹਾ ਹੁਣ ਤੁਸੀਂ ਤਖਾਣ ਪੁਣਾ ਛੱਡ ਦਿਓ, ਦੇਗ ਲੰਗਰ ਦੀ ਸੇਵਾ ਕਰੋ। ਮਹਾਰਾਜ ਨੇ ਸ੍ਰੀ ਸਾਹਿਬ ਬਖਸ਼ੀ, ਕੁਝ ਹੋਰ ਵਸਤੂਆਂ ਉਹਨੇ ਸਤਿਕਾਰ ਨਾਲ ਸੀਸ 'ਤੇ ਰੱਖ ਲਈਆਂ। ਮਹਾਰਾਜ ਕਹਿੰਦੇ ਪਹਿਨਣ ਨੂੰ ਦਿੱਤੇ ਸੀ ਸ਼ਸਤਰ ਵਸਤਰ, ਕਹਿੰਦੇ ਮਹਾਰਾਜ ਸਾਡੇ ਲਈ ਤਾਂ ਤੁਹਾਡਾ ਹੀ ਰੂਪ ਆ। ਕਹਿੰਦੇ ਚੰਗਾ ਫਿਰ ਤੁਹਾਡੀ ਹੁਣ ਜ਼ੁਬਾਨ ਹੀ ਤਲਵਾਰ ਦਾ ਕੰਮ ਕਰਿਆ ਕਰੂਗੀ, ਜੋ ਬਚਨ ਕਰੋਗੇ ਉਹ ਪੂਰਾ ਹੋਏਗਾ। ਪਰ ਇਹ ਬਰਕਤ ਕਦੋਂ ਤੱਕ ਰਹੇਗੀ? ਗੁਰੂ ਕਾ ਲੰਗਰ ਚਲਾਓਗੇ, ਨਾਮ ਬਾਣੀ ਗੁਰਮਤਿ ਨਾਲ ਜੁੜੇ ਰਹੋਗੇ। ਨਹੀਂ ਕਹਿੰਦੇ ਮੁੜ ਕੇ ਫਿਰ ਤੁਹਾਡਾ ਜਿਹੜਾ ਭਾਈਚਾਰਾ ਉਹ ਤਖਾਣ ਦੇ ਤਖਾਣੇ ਬਣ ਜਾਓਗੇ। ਜੇ ਜੁੜੇ ਰਹੋਗੇ ਸਾਰੀਆਂ ਬਰਕਤਾਂ ਰਹਿਣਗੀਆਂ। ਬਰਕਤਾਂ ਗੁਰੂ ਦੇ ਨਾਲ ਜੁੜਨਾ ਹੀ ਹੈ ਨਾ। ਡੈਨਮੋ ਨਾਲ ਬੈਟਰੀ ਲੱਗੀ ਰਹੇ ਅਤੇ ਚਾਰਜ ਹੁੰਦੀ ਹੈ, ਨਹੀਂ ਤਾਂ ਉਹ ਪਲੇਟਾਂ ਵੀ ਨਾਲੋਂ ਗਲ ਜਾਂਦੀਆਂ, ਕੁਛ ਵੀ ਨਹੀਂ ਰਹਿੰਦਾ, ਖੋਖਾ ਹੀ ਰਹਿ ਜਾਂਦਾ, ਖੋਖਾ ਰਹਿ ਜਾਂਦਾ। ਇਸ ਤਰ੍ਹਾਂ ਗੁਰੂ ਘਰ ਨਾਲ ਜੁੜੇ ਰਹਾਂਗੇ, ਗੁਰੂ ਕੀ ਮਰਜ਼ਾਦਾ ਵਿੱਚ ਰਹਾਂਗੇ, ਇਹ ਤਾਂ ਰਹੂਗੀ ਬਰਕਤ। ਅਤੇ ਜੇ ਰੋਮਾਂ ਦੀ ਬੇਅਦਬੀ ਕਰਤੀ, ਤੜਕੇ ਉੱਠਣਾ ਛੱਡਤਾ, ਇਸ਼ਨਾਨ ਪਾਣੀ ਛੱਡਤਾ, ਨਿਤਨੇਮ ਨਾਮ ਬਾਣੀ ਦਾ ਅਭਿਆਸ ਛੱਡ ਦਿੱਤਾ, ਕਥਾ ਕੀਰਤਨ ਨਾਲੋਂ ਟੁੱਟ ਗਏ, ਗੁਰੂ ਨਾਲੋਂ ਟੁੱਟ ਗਏ, ਫਿਰ ਜੋ ਹੈਗੇ ਉਹੀ ਰਹਿ ਜਾਣਾ। ਅਤੇ ਜੇ ਮਰਜ਼ਾਦਾ 'ਚ ਰਹੋਗੇ ਅਤੇ ਮਹਾਰਾਜ ਦੇ ਬਚਨ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜਿਹ ਗਹਿ ਵਿਪਰਨ ਕੀ ਰੀਤ, ਤਬ ਮੈਂ ਨਾ ਕਰੂੰ ਇਨਕੀ ਪ੍ਰਤੀਤ, ਪ੍ਰਥਮ ਰਹਿਤ ਜੇ ਜਾਨ, ਖੰਡੇ ਕੀ ਪਹੁਲੇ, ਸੋਈ ਸਿੰਘ ਸਜਾਨ, ਅਵਰ ਨ ਪਹੁਲ ਜੋਲੇ। ਮਹਾਰਾਜ ਨੇ ਕਹਿਣਾ ਬਿਨਾ ਕੇਸ ਪਹੁਲ, ਉਹਨੂੰ ਭੇਖੀ ਸਿੱਖ ਗਿਆ। ਫਿਰ ਰੋਮਾਂ ਦੀ ਬੇਅਦਬੀ ਕਰ ਰਿਹਾ, ਅੰਮ੍ਰਿਤ ਛਕਦਾ ਨਹੀਂ, ਉਹ ਤਾਂ ਭੇਖੀ ਹੈ, ਉਹ ਸਿੱਖ ਨਹੀਂ। ਸਿੱਖ ਉਹ ਹੀ ਹੈ ਜਿਹੜਾ ਗੁਰੂ ਕੇ ਸਿਧਾਂਤ ਮਰਜ਼ਾਦਾ ਵਿੱਚ ਚੱਲਦਾ ਹੈ, ਰਹਿਤਾਂ ਵਿੱਚ ਪਰਪੱਕ, ਰਹਿਤਾਂ ਦਾ ਤਿਆਗ ਕਰਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹੁਣ ਅੱਜ ਮਰਜ਼ਾਦਾ ਛੱਡਤੀ, ਅਸੀਂ ਵਿਛੜ ਗਏ ਹਾਂ, ਜਿਹਦੇ ਕਾਰਨ ਦੇਖ ਹੀ ਰਹੇ ਹਾਂ, ਦੁੱਖ ਵੀ ਭੋਗ ਰਹੇ ਹਾਂ, ਸਾਹਮਣੇ ਹੀ ਹੈ ਸਾਰਾ ਕੁਛ।
ਕਿੰਨਾ ਕਲੇਸ਼ ਸੰਸਾਰ 'ਤੇ ਵਰਤ ਰਿਹਾ ਹੈ। ਅਤੇ ਜੇ ਭੁੱਲਵਾਂ ਕਿ ਗੁਰੂ ਕੀ ਰਹਿਤ ਮਰਜ਼ਾਦਾ ਨੂੰ ਗ੍ਰਹਿਣ ਕੀਤਾ ਜਾਏ ਅਤੇ ਮਹਾਰਾਜ ਬਖਸ਼ਿੰਦ ਵੀ ਬਹੁਤ ਵੱਡੇ ਹੈ, ਅਤੇ ਮਹਾਰਾਜ ਬਖਸ਼ ਲੈਂਦੇ। ਬਾਬਾ ਜੀ ਨੂੰ ਕਹਿੰਦੇ ਮਹਾਰਾਜ ਨੂੰ ਕੋਈ ਸਰਾਪ ਦੇ ਦਿਓ, ਕਹਿੰਦੇ ਨਹੀਂ। ਕਹਿਣ ਲੱਗੇ ਮਹਾਰਾਜ ਮਲੇਸ਼ ਹੈ, ਕਹਿੰਦੇ ਬਾਣਾ ਤਾਂ ਗੁਰੂ ਦਾ ਹੀ ਆ ਨਾ, ਅਸੀਂ ਨਹੀਂ ਕੁਝ ਕਹਿਣਾ, ਇਹ ਆਪਣੇ ਕਰਮ ਦਾ ਫਲ ਆਪੇ ਭੋਗਣਗੇ। ਭੋਗਿਆ ਵੀ ਫਿਰ, ਜਿਹਨੇ ਹਮਲਾ ਕੀਤਾ ਹੈ ਜਾਂ ਡਾਕੀ ਮਹਾਂਮਾਰੀ ਪੈ ਗਈ। ਕਿਵੇਂ ਮਰੇ? ਸੰਤ ਕਾ ਦੋਖੀ ਮਹਾਂ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਸੰਤ ਕਾ ਦੋਖੀ ਰਾਜ ਤੇ ਹੀਨ, ਸੰਤ ਕਾ ਦੋਖੀ ਦੁਖੀਆ ਆਰ ਦੀਨ। ਇਹ ਬਾਣੀ ਕਹਿ ਰਹੀ ਹੈ, ਪਾਤਸ਼ਾਹ ਕਹਿ ਰਹੇ ਹਨ। ਇਸ ਵਾਸਤੇ ਜੇ ਗਲਤੀ, ਹੁਣ 176 ਸਾਲ ਬੀਤੇ ਸੀ, 176 ਸਾਲ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਪ੍ਰਾਸ਼ਚਿਤ ਦਿਨ ਮਨਾਇਆ। ਪ੍ਰਾਸ਼ਚਿਤ ਤਾਂ ਹੀ ਹੋਏਗਾ ਨਾ ਜੇ ਸਿੱਖੀ ਸਿਧਾਂਤ ਵੀ ਧਾਰਾਂਗੇ। ਅਤੇ ਜੇ ਦਿਨ ਮਨਾ ਲਿਆ ਅਤੇ ਉਹ ਗਲਤੀਆਂ ਦਾ ਤਿਆਗ ਕੀਤਾ ਨਹੀਂ ਜੋ ਪਹਿਲਾਂ ਕੀਤੀਆਂ ਜਾਂ ਹੁਣ ਕਰ ਰਹੇ ਹਾਂ, ਫਿਰ ਤਾਂ ਬਖਸ਼ਿਸ਼ ਹੋਣੀ ਬੜੀ ਕਠਿਨ ਹੋ ਜਾਂਦੀ ਹੈ। ਸੋ ਇਸ ਵਾਸਤੇ ਤੇ ਜਨ ਗਲਤੀ ਦੀ ਖਿਮਾ ਮੰਗ ਕੇ, ਹੁਣ ਦੇਖੋ ਬਦਾਵਾ ਲਿਖ ਕੇ ਆਏ ਸੀ। ਮਾਤਾ ਭਾਗ ਕੌਰ ਦੀ ਕਿਰਪਾ ਹੋ ਗਈ, ਉਹਨਾਂ ਨੇ ਐਸਾ ਉਪਦੇਸ਼ ਦਿੱਤਾ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਖਿਮਾ ਮੰਗੀ। ਮਾਤਾ ਜੀ ਦੀ ਪ੍ਰੇਰਨਾ ਦੁਆਰਾ ਉਹ ਫਿਰ ਮੁਕਤਸਰ ਸਾਹਿਬ ਧਰਮ ਯੁੱਧ ਲੜਿਆ। ਗੁਰੂ ਮਹਾਰਾਜ ਦੀ ਕਿਰਪਾ ਦੇ ਉਹ ਪਾਤਰ ਬਣ ਗਏ ਅਤੇ ਮਹਾਰਾਜ ਨੇ ਫਿਰ ਟੁੱਟੀ ਗੰਢ ਦਿੱਤੀ ਨਾ, ਬਖਸ਼ੇਗਾ। ਔਰ ਉਹਨਾਂ ਦਾ ਸੰਸਕਾਰ ਵੀ ਆਪ ਕਰਾਇਆ। ਅੱਜ ਉਹ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਨਾ, ਤੰਬੂ ਸਾਹਿਬ ਜੁਦਾ ਹੈ, ਜਿੱਥੇ ਕੈਂਪ ਲੱਗਾ। ਦਰਬਾਰ ਸਾਹਿਬ ਮਾਤਾ ਭਾਗ ਕੌਰ ਜੀ ਦਾ ਸਥਾਨ, ਉਹਨਾਂ ਸਾਰਿਆਂ 'ਚ ਇੱਕ ਮਾਤਾ ਜੀ ਸਰੀਰ ਕਰਕੇ ਕਾਫੀ ਲੰਬਾ ਸਮਾਂ ਜਿੰਦੇ ਰਹੇ। ਹਜ਼ੂਰ ਸਾਹਿਬ ਨਾਲ ਗਏ, ਉੱਥੇ ਵੀ ਉਹਨਾਂ ਦੇ ਸ਼ਸਤਰ ਵਸਤਰ ਆ, ਜਿੱਥੇ ਭਾਈ ਦਇਆ ਸਿੰਘ ਧਰਮ ਸਿੰਘ ਸਾਹਿਬ ਦੇ ਅੰਗੀਠੇ ਆ। ਸੱਚਖੰਡ ਹਜ਼ੂਰ ਸਾਹਿਬ ਦੇ ਨਾਲ ਹੀ ਹਨ। ਪਰ ਉਹ ਜਨਵਾੜਾ, ਜਿੱਥੇ ਮਾਤਾ ਜੀ ਦਾ ਬਹੁਤ ਹੀ ਸੁੰਦਰ ਕਿਲ੍ਹਾਨੁਮਾ ਅਸਥਾਨ ਉਹਨਾਂ ਨੇ ਬਣਾਇਆ। ਹਜ਼ੂਰ ਸਾਹਿਬ ਵਾਲੇ ਖਾਲਸੇ ਵਾਲੇ ਬਾਬਾ ਨਿਧਾਨ ਸਿੰਘ ਦੇ ਉਹ ਜਥੇ ਵਾਲਿਆਂ ਨੇ। ਸੋ ਇਸ ਪ੍ਰਕਾਰ ਉਹ ਮੇਲੇ ਗਏ, ਅਤੇ ਜਿਹੜੇ ਟੁੱਟੇ ਉਹ ਟੁੱਟੇ ਜਾ ਰਹੇ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਵੀ ਜੇ ਆ ਕੇ ਗੁਰੂ ਕੀ ਸ਼ਰਨ ਵਿੱਚ ਖਿਮਾ ਮੰਗ ਲੈ। ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆ, ਜਿਨ੍ਹਾਂ ਨੇ ਹੋਦੂ ਜਾਣੇ ਲੱਗਾ ਝੂਰ ਮਰੋ ਸੇ ਵਾਢੀਆ। ਹਉ ਨਾ ਛੋਡੋ ਕੰਥ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਇਹ ਤਾਂ ਬਖਸ਼ੇ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ ਆਪ ਹੈ ਮੇਲ ਲਏ, ਫਿਰ ਤਾਂ ਉਹ ਆਪ ਹੀ ਕਿਰਪਾ ਕਰਕੇ ਵਿਛੜਿਆਂ ਨੂੰ ਮੇਲ ਲੈਂਦਾ ਹੈ। ਜਬ ਤੇ ਸਰਨ ਤੁਮਾਰੀ ਆਏ। ਇਹ ਸਤਿਗੁਰੂ ਜੀ ਹੁਣ ਭੁੱਲਾਂ ਬਖਸ਼ਾਉਣ ਵਾਸਤੇ
ਜਦੋਂ ਆਪ ਜੀ ਦੀ ਸ਼ਰਨ ਵਿੱਚ ਚਰਨ ਸ਼ਰਨ ਵਿੱਚ ਆ ਗਏ ਹਾਂ, ਤਬ ਤੇ ਦੁਖ ਗਏ। ਵਿਛੜੇ ਤਾਂ ਉਦੋਂ ਹੀ ਸੀ ਨਾ ਜਿਹੜੇ ਮਨ 'ਚ ਦੋਸ਼ ਆ ਗਿਆ, ਅਤੇ ਜਦੋਂ ਅਹਿਸਾਸ ਹੋਇਆ ਕਿ ਗਲਤੀ ਕੀਤੀ ਹੈ, ਫਿਰ ਉਹ ਗਲਤੀ ਦੀ ਮੁਆਫੀ ਮੰਗੀ, ਪ੍ਰਾਸ਼ਚਿਤ ਕਰਾਇਆ, ਅਤੇ ਫਿਰ ਜਬ ਤੇ ਸ਼ਰਨ ਤੁਮਾਰੀ ਆਏ, ਜਦੋਂ ਦੇ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਗਏ ਹਾਂ, ਤਬ ਤੇ ਦੁਖ ਗਏ। ਉਦੋਂ ਤੋਂ ਉਹ ਦੋਸ਼ ਜਿਨ੍ਹਾਂ ਕਰਕੇ ਵਿਛੜੇ ਸੀ, ਦੋਸ਼ਾਂ ਕਰਕੇ ਵਿਛੜੇ ਸੀ ਨਾ, ਕਿਸੇ ਨੂੰ ਨਹੀਂ ਦੋਸ਼ ਦਿੱਤਾ ਜਾਂਦਾ। ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਮ। ਦੱਦਾ ਦੋਸ਼ ਨ ਕਾਹੂੰ ਜੋਗ, ਕਿਸੇ ਨੂੰ ਦੋਸ਼ ਦੇਣਾ ਤਾਂ ਯੋਗ ਨਹੀਂ ਨਾ, ਦੋਸ਼ ਤਾਂ ਆਪਣਾ ਹੀ ਸੀ। ਅਤੇ ਜਦੋਂ ਫਿਰ ਸ਼ਰਨ ਵਿੱਚ ਆ ਕੇ ਗਲਤੀ ਮੰਨ ਲਈ, ਉਸ ਗਲਤੀ ਦਾ ਤਿਆਗ ਕੀਤਾ, ਜੋ ਗੁਰੂ ਦੇ ਬਚਨ ਸੀ, ਸਿਧਾਂਤ ਸੀ, ਉਹਨਾਂ 'ਤੇ ਪਹਿਰਾ ਦਿੱਤਾ। ਪਾਤਸ਼ਾਹ ਕਹਿੰਦੇ ਤਬ ਤੇ ਦੁਖ ਗਏ। ਜਦੋਂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਗਏ ਨਾ, ਉਹ ਦੋਸ਼ ਚਲੇ ਗਏ। ਇਹ ਤਾਂ ਮਹਾਰਾਜ ਨੇ ਉਹਨਾਂ ਦਾ ਨਾਮ ਮੁੱਖ 'ਤੇ ਰੱਖ ਦਿੱਤਾ ਨਾ। ਉਹ ਜਿਹੜੀ ਖਦਰਾਣੇ ਦੀ ਢਾਬ ਸੀ, ਉਹ ਸ਼ਹੀਦਾਂ ਦੇ ਖੂਨ ਦੇ ਨਾਲ ਭਰ ਗਈ ਨਾ, ਅਤੇ ਉਹਦਾ ਨਾਂ ਹੈ ਮੁਕਤ ਸਰ ਰੱਖ ਦਿੱਤਾ। ਅਤੇ ਹੁਣ ਵੀ ਜਦੋਂ ਉਹ ਦਿਨ ਆਉਂਦਾ, ਉਹ ਜਲ ਦਾ ਰੰਗ ਬਦਲਦਾ, ਲਾਲੀ ਪੂਰੀ ਫੜ ਜਾਂਦਾ। ਉਹ ਦੁਖ ਗਏ, ਲਿਖਿਆ ਤਾਂ ਕਲਮ ਨਾਲ ਸੀ ਨਾ, ਸਿਆਹੀ ਨੂੰ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਫਿਰ ਉਹ ਦੋਖ ਧੋਣ ਵਾਸਤੇ ਸ਼ਹੀਦ ਹੋਏ, ਉਹ ਖੂਨ ਨਾਲ ਦੋਸ਼ ਧੋ ਗਏ। ਉਵੇਂ ਤਾਂ ਲੈਂਦੇ ਨਹੀਂ ਨਾ, ਬਹੁਤ ਵੱਡੀ ਘਾਲ ਕੁਰਬਾਨੀ ਕਰਨੀ ਪਈ। ਇਹ ਸਿਹਰਾ ਸਾਰਾ ਗਿਆ ਮਾਤਾ ਜੀ ਨੂੰ, ਮਾਤਾ ਭਾਗ ਕੌਰ ਨੂੰ, ਕਿਉਂਕਿ ਇਹ ਗੁਰੂ ਰਾਮਦਾਸ ਸਾਹਿਬ ਦੇ ਵੇਲੇ ਤੋਂ ਇਸ ਪਰਿਵਾਰ ਵਿੱਚ ਸਿੱਖੀ ਸੀ। ਮਾਤਾ ਜੀ ਦਾ ਜਪ ਤਪ ਬਹੁਤ ਸੀ। ਅੱਜ ਵੀ ਝਵਾਲ ਮਾਤਾ ਜੀ ਦਾ ਨਿੱਕੀ ਇੱਟ ਦਾ ਭੋਰਾ ਬਣਿਆ ਹੋਇਆ, ਉਹਨਾਂ ਦਾ ਆਸਣ ਵਿਛਿਆ ਹੋਇਆ, ਜੋਤ ਜਗਦੀ ਹੈ 24 ਘੰਟੇ। ਉਹਨਾਂ ਦਾ ਉਹ ਤਪ ਸਥਾਨ ਆ। ਸੰਗਤਾਂ ਨਮਸਕਾਰਾਂ ਕਰਦੀਆਂ। ਸੋ ਇਸ ਵਾਸਤੇ ਮਾਤਾ ਜੀ ਦੀ ਮਹਾਨ ਦੇਣ ਕਿਰਪਾ ਹੋਈ, ਸਨਮੁਖ ਕੀਤਾ। ਆਪ ਵੀ ਜੰਗ ਵਿੱਚ ਜੂਝੇ, ਪੱਟ ਖਾਧੇ, ਰਾਜੀ ਹੋਏ, ਬਖਸ਼ਿਸ਼ ਲਈ, ਬ੍ਰਹਮ ਗਿਆਨ, ਉੱਚੀ ਸੁੱਚੀ ਅਵਸਥਾ ਪ੍ਰਾਪਤ ਕੀਤੀ। ਅਤੇ ਜਦੋਂ ਫਿਰ ਖਿਮਾ ਮੰਗ ਲਈ, ਉਸ ਵੇਲੇ ਸਰਦਾਰ ਮਹਾਂ ਸਿੰਘ ਨੂੰ ਕਿਹਾ ਵੀ ਤੈਨੂੰ ਧਰਤੀ ਸਵਰਗ ਰਾਜ ਦੇ ਦਿੰਦੇ। ਕਹਿੰਦੇ ਨਹੀਂ, ਉਹ ਬਦਾਵੇ ਵਾਲਾ ਕਾਗਜ਼ ਪਾੜੋ। ਫਿਰ ਉਹ ਟੂਟੀ ਗੰਢਣ ਹਾਰ ਗੋਪਾਲ ਬਚਨ ਕਿਹਾ। ਫਿਰ ਉਹਦੀ ਆਤਮਾ ਸੱਚਖੰਡ ਗਈ, ਸੱਚਖੰਡ 'ਚ ਨਿਵਾਸ ਮਿਲਿਆ, ਕਿਉਂ ਮਹਾਰਾਜ ਨੇ ਦੋਸ਼ ਬਖਸ਼ ਦਿੱਤੇ। ਉਹ ਧਾਨਿਆ ਕੁਝ ਦਿਨ ਵਿਚਾਲੇ ਪਏ ਨਾ ਗਲਤੀ ਦੇ। ਗਲਤੀ ਦਾ ਮਾਤਾ ਜੀ ਨੇ ਅਹਿਸਾਸ ਕਰਾਤਾ। ਉੱਥੇ ਵੀ ਸ਼ਹੀਦੀ ਦੇਣੀ ਸੀ, ਅਨੰਦਪੁਰ ਵੀ। ਉਹ ਫਿਰ ਮੁਕਤਸਰ ਸਾਹਿਬ ਜਾ ਕੇ ਸ਼ਹੀਦੀ ਦੇ ਦਿੱਤੀ। ਇਹ ਥੋੜ੍ਹਾ ਹੀ ਵਿੱਚ ਸਮਾਂ, ਅਤੇ ਆਮ ਤਾਂ ਹੁਣ ਜਨਮਾਂ ਦੇ ਜਨਮ ਬੀਤ ਜਾਂਦੇ ਆ, ਬੰਦਾ ਗਲਤੀ ਮੰਨਦਾ ਹੀ ਨਹੀਂ, ਪ੍ਰਾਸ਼ਚਿਤ ਕਰਾਉਂਦਾ ਹੀ ਨਹੀਂ ਹੈ। ਉਹਦਾ ਧੰਨਤਾ ਯੋਗ ਆ। ਅਤੇ ਸਵੇਰ ਦਾ ਭੁੱਲਿਆ, ਕਹਿੰਦੇ ਸ਼ਾਮ ਨੂੰ ਘਰ ਆ ਜਾਏ, ਭੁੱਲਿਆ ਨਾ ਜਾਣੋ। ਉਹ ਤਾਂ ਬਹੁਤ ਛੇਤੀ ਖਿਮਾ ਮੰਗ ਕੇ ਨਾਲ ਰਲ ਗਏ। ਇਸ ਵਾਸਤੇ ਕਹਿੰਦੇ ਜਬ ਤੇ ਸ਼ਰਨ ਤੁਮਾਰੀ ਆਏ, ਜਦੋਂ ਦੇ ਤੁਹਾਡੀ ਸ਼ਰਨ ਆ ਗਏ,
ਤਬ ਤੇ ਦੋਖ ਗਏ। ਉਦੋਂ ਦੇ ਦੋਸ਼ ਚਲੇ ਗਏ। ਹੁਣ ਧੀਰ ਮਲੀਏ ਆ, ਉਹ ਹਾਲੇ ਤੀਂ ਸਨਮੁਖ ਹੋਏ ਹੀ ਨਹੀਂ। ਭਾਵੇਂ ਪਬਲਿਕ ਬਹੁਤ ਜਾਂਦੀ ਹੈ, ਪਰ ਉਹ ਪਬਲਿਕ ਤਾਂ ਇੱਕ ਭੂਤਨੀ ਹੈ ਨਾ, ਉਹ ਗੁਰਸਿੱਖੀ ਵਾਲੀ ਸੰਗਤ ਨਹੀਂ। ਸੋ ਇਸ ਵਾਸਤੇ ਤੇ ਜੇ ਸ਼ਰਨ ਜਾ ਕੇ ਖਿਮਾ ਮੰਗ ਲੈਂਦੇ ਤੇ ਮਹਾਰਾਜ ਨੇ ਬਖਸ਼ੇ ਦੇਣਾ ਸੀ। ਔਰ ਉਹ ਮਾਇਆ ਦਾ ਪ੍ਰਭਾਵ ਐਸਾ ਹੁੰਦਾ, ਕਈ ਆਪਾਂ ਨੂੰ ਮਾਇਆ ਪਦਾਰਥ ਤਾਂ ਮਿਲੀ ਜਾਂਦੇ ਹੈ, ਲੋੜ ਹੀ ਨਹੀਂ ਹੈ ਬਖਸ਼ਿਸ਼ ਕਰਾਉਣ ਦੀ, ਪਰ ਸਾਰਾ ਕੁਛ ਮਾਇਆ ਪਦਾਰਥ ਹੀ ਨਹੀਂ। ਜਿਹੜੀ ਭੁੱਲ ਮੰਗ ਕੇ ਗੁਰੂ ਦੇ ਅੱਗੇ ਅਰਜ਼ੋਈ ਕਰਕੇ ਗੁਰਮਤਿ ਲੈਣੀ, ਇਹ ਸਭ ਨੂੰ ਵੱਡੀ ਹੈ। ਇਸ ਵਾਸਤੇ ਤਾਂ ਮਹਾਰਾਜ ਕਿਰਪਾ ਹੀ ਕਰੇ, ਨਹੀਂ ਤਾਂ ਫਿਰ ਪਤਾ ਨਹੀਂ ਅੱਬ ਕੇ ਵਿਛੜੇ ਕਿੰਨੇ ਕੁ ਜਨਮ, ਕਿੰਨੀਆਂ ਕੁ 84 ਇਨਸਾਨ ਭੋਗਦਾ ਰਹਿੰਦਾ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਦੋਂ ਸ਼ਰਨ 'ਚ ਆ ਗਿਆ ਖਿਮਾ ਮੰਗ ਲਈ, ਔਰ ਜੋ ਗੁਰੂ ਦਾ ਸਿਧਾਂਤ ਸੀ ਉਹਨੂੰ ਅਪਣਾ ਕੇ ਉਹਦੇ ਅਨੁਕੂਲ ਚੱਲ ਪਏ, ਤਬ ਤੇ ਦੋਖ ਗਏ। ਉਦੋਂ ਦੇ ਦੋਸ਼ ਚੱਲ ਗਏ। ਹੁਣ ਉਹ ਤਾਂ ਇੱਕ ਦ੍ਰਿਸ਼ਟਾਂਤ ਮਾਤਰ, ਅਤੇ ਆਪਾਂ ਵੀ ਧੀਰ ਮਲੀਆਂ ਨੂੰ ਘੱਟ ਤੇ ਹੈ ਨਹੀਂ। ਆ ਧੜਾ ਧੜ ਰੂਮਾਂ ਦੀ ਬੇਅਦਬੀ ਕਰੀ ਜਾ ਰਹੇ ਆ, ਨਸ਼ਿਆਂ ਪੱਤਿਆਂ 'ਚ ਗਰਕ ਹੋ ਰਿਹਾ, ਨਾ ਅੰਮ੍ਰਿਤ ਵੇਲੇ ਦਾ ਕੋਈ ਇਸ਼ਨਾਨ ਆ, ਨਾ ਕੋਈ ਨਾਮ, ਨਾ ਕੋਈ ਨਿਤਨੇਮ ਆ। ਬਸ ਉਹ ਭੇਡਾਂ ਵਾਲਾ ਜੀਵਨ ਹੀ ਹੈ। ਅਤੇ ਮਹਾਰਾਜ ਨੇ ਉਹ ਸਿੰਘ ਸਜਾਇਆ ਸੀ ਖਾਲਸਾ, ਉਸ ਪਾਸਿਓਂ ਤਾਂ ਬਸ ਐਸੀ ਹਨੇਰੀ ਚੱਲੀ ਹੋਈ ਹੈ ਕਿ ਅੱਜ ਕੱਲ੍ਹ ਦੂਜਿਆਂ ਨੂੰ ਪ੍ਰੇਰ ਕੇ ਅਸੀਂ ਸਿੱਖ ਬਣਾਉਣਾ ਤਾਂ ਬੜੀ ਦੂਰ ਰਿਹਾ। ਜਿਹੜੇ ਆਪਣੇ ਆਪ ਨੂੰ ਸਿੱਖ ਕਹਾ ਰਹੇ, ਉਹ ਸਿੱਖ ਬਣਨ ਲਈ ਤਿਆਰ ਨਹੀਂ। ਐਸਾ ਕਲਯੁਗ ਦਾ ਕੋਈ ਪ੍ਰਭਾਵ ਬਣਿਆ ਹੋਇਆ ਹੈ। ਸੋ ਇਸ ਵਾਸਤੇ ਕੇਸ ਦਾੜ੍ਹੀ ਰੱਖਣੀ ਤਾਂ ਹੁਣ ਬਹੁਤ ਵੱਡਾ ਗੁਨਾਹ ਅਤੇ ਪਾਪ ਹੀ ਸਮਝਿਆ ਜਾਣ ਲੱਗ ਪਿਆ। ਅਤੇ ਜਿਹਦੇ ਵਾਸਤੇ ਦੇਖ ਲਓ ਸਿੰਘਾਂ ਨੇ ਕੋਪਰੀਆਂ ਲਾਹੀਆਂ ਬੰਦ-ਬੰਦ ਅਤੇ ਪੁੱਠੀਆਂ ਖੱਲਾਂ ਲਹਾ ਦਿੱਤੀਆਂ ਸੀ। ਉਹ ਇਤਿਹਾਸ ਨਾ ਅਸੀਂ ਪੜ੍ਹਦੇ ਹਾਂ, ਨਾ ਸੁਣਦੇ ਹਾਂ, ਨਾ ਸਾਡੀ ਕੋਈ ਦਿਲਚਸਪੀ ਹੈ। ਬਸ ਉਹ ਮੋਬਾਈਲਾਂ 'ਤੇ ਲੈ ਲਓ ਜਾਂ ਟੈਲੀਵਿਜ਼ਨਾਂ 'ਤੇ ਉਹ ਐਕਟਰ ਐਕਟਰੈਸ ਜਿਹੋ ਜਿਹਾ ਆਪਣਾ ਸ਼ਕਲ ਅਕਲ ਬਣਾਈ ਫਿਰਦੇ ਆ, ਉਸ ਤਰ੍ਹਾਂ ਦੇ ਅਸੀਂ ਬਣੀ ਜਾਂਦੇ ਹਾਂ। ਅਤੇ ਜੋ ਗੁਰੂ ਮਹਾਰਾਜ ਦਾ ਸਿਧਾਂਤ ਸੀ, ਉਸ ਤੋਂ ਬਹੁਤ ਦੂਰ ਜਾਣ ਦੇ ਕਾਰਨ ਅੱਜ ਸਾਡੀ ਦੁਰਦਸ਼ਾ ਜਿਹੜੀ ਹੋ ਰਹੀ ਆ, ਉਹ ਤੁਹਾਡੇ ਸਾਹਮਣੇ ਹੀ ਆ। ਹਾਲੇ ਹੋਰ ਵੀ ਹੋਣੀ ਆ, ਜਿਹੜੇ ਪਾਸੇ ਤੁਰੇ ਆ। ਪਰ ਉਹ ਧੰਨ ਆ ਗੁਰੂ ਕੀ ਸ਼ਰਨ ਵਿੱਚ ਆ ਕੇ ਗਲਤੀ ਅਹਿਸਾਸ ਕੀਤੀ, ਗਲਤੀ ਨੂੰ ਮੰਨਿਆ, ਗਲਤੀ ਨੂੰ ਤਿਆਗਿਆ, ਅਤੇ ਜਿਹੜਾ ਗੁਰਮਤਿ ਦਾ ਰਸਤਾ ਸੀ ਗ੍ਰਹਿਣ ਕੀਤਾ। ਮਹਾਰਾਜ ਕਹਿੰਦੇ ਤਬ ਤੇ ਦੋਖ ਗਏ। ਉਹਨਾਂ ਦੇ ਸਾਰੇ ਫਿਰ ਦੋਸ਼ ਚਲੇ ਜਾਂਦੇ ਹਨ। ਵਿਸਰਾਮ ਦੇ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਤਾਜ ਅਭਿਮਾਨ ਆਰ ਚਿੰਤ ਬਿਰਾਨੀ। ਹੰਕਾਰ ਤਿਆਗ ਦਿੱਤਾ। ਬਰਾਨੀ ਬਗਾਨੀ ਜਿਹੜੀ ਚਿੰਤਾ ਜਾਂ ਆਪਣੀ ਸੀ, ਉਹ ਵੀ ਛੱਡ ਛਡਾ ਦਿੱਤੀ। ਹੁਣ ਦੇਖੋ ਗੁਰੂ ਦੇ ਸਾਹਿਬਜ਼ਾਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ, ਮੁਰਦੇ ਜੀਂਦਾ ਕਰਨ ਵਾਲੀਆਂ ਤਾਕਤਾਂ ਵੀ ਹੈਗੀਆਂ ਸੀ। ਪਰ ਜਿੱਥੇ ਸਿਧਾਂਤਕ ਪੱਖ ਸੀ ਨਾ, ਉੱਥੇ ਭਾਈ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਕਸਵੱਟੀ ਦੇ ਉੱਤੇ ਪੂਰੇ ਉਤਰੇ। ਗੱਜ ਕੇ ਬੋਲੋ। ਆਪਣੇ ਪੱਲੇ ਤਾਂ ਹੈ ਵੀ ਕੁਛ ਨਹੀਂ ਨਾ। ਉਹ ਗੁਰੂ ਦੇ ਸਾਹਿਬਜ਼ਾਦੇ ਜਿਹੜੇ ਮੁਰਦੇ ਬੰਦਿਆਂ ਨੂੰ ਜਿੰਦਾ ਕਰ ਦਿੰਦੇ ਸੀ। ਐਡੀਆਂ ਵੱਡੀਆਂ ਤਾਕਤਾਂ ਸੀਆਂ, ਕੋਈ ਛੋਟੀਆਂ ਗੱਲਾਂ ਨਹੀਂ। ਰਾਮ ਰਾਜ ਜੀ ਨੇ ਔਰੰਗਜ਼ੇਬ ਵਰਗਾ ਕੱਟਰ ਬਾਦਸ਼ਾਹ ਜਿਹਨੂੰ ਭੁੰਨੇ ਬਹਾਲਦਾ ਅਤੇ ਆਪ ਉੱਤੇ ਗੁਰੂ ਬਣ ਕੇ ਬਹਿੰਦਾ ਸੀ। ਰਾਮ ਰਾਏ ਇੰਨਾ ਪ੍ਰਭਾਵ ਬਣਾਇਆ ਹੋਇਆ ਸੀ
ਕਿੰਨੇ ਪੀਰ ਫਕੀਰ ਉਹਨੇ ਸ਼ਹੀਦ ਕੀਤੇ, ਪਰ ਰਾਮ ਰਾਏ ਦੇਖ ਲਓ ਉੱਪਰ ਬਹਿੰਦਾ ਹੁੰਦਾ ਸੀ, ਉਹਦੇ ਨੀਚੇ ਬਹਿੰਦਾ ਸੀ। ਪਰ ਜਿੱਥੇ ਸਿਧਾਂਤਕ ਗੱਲ ਸੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਅੱਖਰ ਪੂਰਾ ਨਹੀਂ। ਮੁਸਲਮਾਨ ਸੀ ਨਾ, ਮਾਨ ਤੇ ਨਾਲੇ ਰਿਹਾ, ਮੁਸਲ ਦੀ ਜਗ੍ਹਾ ਬੇਈ ਕਰ ਦਿੱਤਾ। ਅੱਧਾ ਅੱਖਰ ਲਿਖਤੀ ਨਹੀਂ, ਮੂੰਹ ਜ਼ਬਾਨੀ ਕਿਹਾ। ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਅੱਖਰ ਕੱਢ ਦਿੱਤਾ, ਸਿਰਫ ਮੂੰਹ ਜ਼ਬਾਨੀ ਕਿਹਾ ਸੀ, ਲਿਖਤੀ ਕੋਈ ਨਹੀਂ ਕੀਤਾ ਉਹਨੇ। ਅਤੇ ਜਾਂ ਗੁਰੂ ਗ੍ਰੰਥ ਸਾਹਿਬ 'ਚੋਂ ਅੱਖਰ ਬਦਲਿਆ ਹੋਵੇ। ਅਤੇ ਮਹਾਰਾਜ ਨੇ ਫੇਰ ਵੀ ਜਿੱਥੇ 365 ਕਰਾਮਾਤਾਂ ਦਿਖਾਈਆਂ, ਮੁੱਕ ਗਈਆਂ ਸੀਆਂ, ਗਾਂ ਇੱਕ ਹੋਰ ਦਿਖਾ ਦਿੰਦਾ। ਇਹ ਝੇਪ ਵਿੱਚ ਕਿਉਂ ਆਇਆ? ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਬਰਕਤਾਂ ਲੈ ਗਿਆ। ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿਠਿਆਂ ਸਭ ਦੁੱਖ ਜਾਏ। ਇਹ ਸ਼ਬਦ ਤਾਂ ਮਹਾਰਾਜ ਨੂੰ ਹੀ ਮਿਲਿਆ ਨਾ। ਸੋ ਇਸ ਵਾਸਤੇ ਆਪਣੇ ਦਾ ਪੱਲੇ ਹੀ ਕੁਛ ਨਹੀਂ ਹੈ। ਅਤੇ ਫਿਰ ਵੀ ਅਸੀਂ ਦੇਖ ਲਓ ਕਿਸ ਤਰ੍ਹਾਂ ਕਿਹੜੇ ਪਾਸੇ ਤੁਰੇ ਹੋਏ ਹਾਂ, ਕੋਈ ਅਹਿਸਾਸ ਹੀ ਨਹੀਂ ਹੁੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਿੰਨੀ ਮਹਾਨ ਸੀ। ਜੇ ਸਿੱਖੀ ਹੈ ਤਾਂ ਸਿੱਖਿਆ, ਜੇ ਸਾਡੇ ਕੋਲ ਸਿੱਖੀ ਹੈ ਨਹੀਂ ਤਾਂ ਸਿੱਖ ਅਸੀਂ ਕਾਹਦੇ ਹੈਗੇ। ਸੋ ਪਾਤਸ਼ਾਹ ਕਹਿੰਦੇ ਤਜ ਅਭਿਮਾਨ, ਆਪਣੇ ਮਨ ਦਾ, ਜਵਾਨੀ ਦਾ, ਮਾਇਆ ਦਾ, ਪਦਾਰਥਾਂ ਦਾ, ਪਦਵੀ ਦਾ ਹੰਕਾਰ ਤਿਆਗ ਕਰਕੇ। ਔਰ ਚਿੰਤ ਬਿਰਾਨੀ, ਆ ਜਿਹੜੀ ਇਹ ਚਿੰਤ ਲੱਗੀ, ਕਿੱਥੋਂ ਖਾਵਾਂਗੇ ਪਹਿਨਾਂਗੇ। ਅਸੀਂ ਜੀ ਮੂੰਹ ਸਿਰ ਨਾ ਮਨਾਇਆ, ਸਾਨੂੰ ਨੌਕਰੀ ਨਹੀਂ ਮਿਲਣੀ, ਉਹ ਰੱਖਦੇ ਨਹੀਂ ਹੈਗੇ। ਇਹ ਸਾਡੀਆਂ ਬਹਾਨੇਬਾਜ਼ੀਆਂ, ਇਹ ਸਾਰੀ ਉਹ ਤਿਆਗ ਦਿੰਦੇ ਹਨ। ਕਿਉਂਕਿ ਖਾਣ ਪੀਣ ਦਾ ਤਾਂ ਦੇਣਾ ਉਹਨੇ ਹੀ ਹੈ ਸਾਰਾ। ਸਿਰ ਸਿਰ ਇੱਕ ਸੁੰਬਾਹੇ ਠਾਕਰ, ਕਾਹੇ ਮਨ ਭਉ ਕਰਿਆ। ਇਹ ਤਾਂ ਸ਼ਬਦ ਭੁੱਲ ਗਏ ਨਾ ਕਿ ਜਿੰਨੇ ਜੀਵ ਜੰਤੂ ਪੈਦਾ ਕੀਤੇ ਹੈ, ਹੁਣ ਪਾਣੀ ਵਿੱਚ 42 ਲੱਖ ਹੈ, 42 ਲੱਖ ਬਾਹਰ ਆ। ਸਾਰਿਆਂ ਨੂੰ ਦੇਣ ਵਾਲਾ ਤਾਂ ਉਹੀ ਹੈ ਨਾ। ਰੋਖ ਰੋਹਾਨ ਕੀ ਰੋਜੀ ਨਾ ਟਾਰੇ, ਪਰ ਸਾਡਾ ਭਰੋਸਾ ਨਹੀਂ। ਇਸ ਕਰਕੇ ਉਹਨਾਂ ਨੇ ਸਾਰੀ ਇਹ ਜਿੰਨੀ ਵੀ ਚਿੰਤਾ ਤਿਆਗ ਦਿੱਤੀ, ਇੱਕ ਪਰਮਾਤਮਾ ਦੀ ਆਸ ਪਕੜੀ ਹੈ। ਸਾਧ ਹੈ ਸਰਨ ਪਏ, ਸਾਧੂ ਜਨਾਂ ਦੀ ਸ਼ਰਨ 'ਚ ਪੈ ਕੇ ਮਨ ਮਨ ਦਾ ਤਿਆਗ ਕਰਕੇ ਗੁਰਮਤਿ ਨੂੰ ਗ੍ਰਹਿਣ ਕੀਤਾ ਹੈ। ਜਪ ਜਪ ਨਾਮ ਤੁਮਾਰੋ ਪ੍ਰੀਤਮਾ, ਇਹ ਪਾਤਸ਼ਾਹ ਜੀ ਤੁਹਾਡਾ ਨਾਮ ਜਪ ਜਪ ਕੇ ਜਿੰਨੀ ਮੈਲ ਸੀ ਧੋ ਲਈ। ਕਹਿੰਦੇ ਜਾਪ ਕਰਨ ਦਾ ਫਾਇਦਾ ਕੀ ਹੈ? ਇਹ ਜਪ ਤਪ ਕਰਨਾ ਤਾਂ ਕਿ ਗੁਰਮਤਿ ਵਿੱਚ ਹੈ ਹੀ ਨਹੀਂ। ਤਪੱਸਿਆ ਕਰਨੀ, ਜਿੰਨੀ ਤਪੱਸਿਆ ਗੁਰਮਤਿ ਵਿੱਚ ਹੈ, ਇੰਨੀ ਤਾਂ ਕਿਸੇ ਮਤ ਵਿੱਚ ਹੈ ਹੀ ਨਹੀਂ। ਇੰਨਾ ਜਪ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਲਿਆਂ ਦੇ ਵੇਰ ਖਾ ਖਾ ਕੇ, ਸੈਂਕੜੇ ਜਪਜੀ ਸਾਹਿਬ ਅੱਜ ਵੀ ਉਹਨਾਂ ਦੇ ਨਿਤਨੇਮ ਦੇ ਗੁਟਕੇ ਮੌਜੂਦ ਹਨ। ਫਿਰ ਸਰੂਪਾਂ ਦੇ ਅਤਾਰੇ, 85 ਸਾਲ ਦੇ ਬਜ਼ੁਰਗ ਖੰਡੇ ਖੜਕਾਉਣੇ, ਧਰਮ ਵਾਸਤੇ ਸੀਸ ਭੇਟ ਕਰ ਦੇਣਾ ਮਹਾਰਾਜ ਲਈ। ਬਾਬਾ ਗੁਰਬਖਸ਼ ਸਿੰਘ ਲੈ ਲਓ, ਹੋਰ ਕਿੰਨੇ ਕੁ ਸਿੰਘਾਂ ਦਾ, ਭਾਈ ਮਨੀ ਸਿੰਘ ਸਾਹਿਬ ਲੈ ਲਓ, ਸਾਰਾ ਪਰਿਵਾਰ ਹੀ 10ਵੇਂ ਪਾਤਸ਼ਾਹ ਦੇ ਜਿੰਨੇ ਵੀ ਆਲੇ ਦੁਆਲੇ ਸੇਵਾਦਾਰ, ਸਾਰਾ ਉਹਦਾ ਹੀ ਪਰਿਵਾਰ ਹੈ। ਇਸ ਵਾਸਤੇ ਜਪ ਜਪ ਨਾਮ ਤੁਮਾਰੋ ਪ੍ਰੀਤਮ, ਇਹ ਪ੍ਰੀਤਮ ਪਿਆਰੇ ਤੁਹਾਡਾ ਨਾਮ ਜਪ ਜਪ। ਉਹਨੇ ਮੈਲ ਧੋ ਲਈ, ਹਿਰਦੇ ਸ਼ੁੱਧ ਕਰ ਲੈ, ਹਿਰਦਾ ਪਵਿੱਤਰ ਹੋ ਗਿਆ। ਧੰਨ ਗੁਰੂ ਅਮਰਦਾਸ ਸਾਹਿਬ ਥੋੜ੍ਹਾ ਜਪ ਤਪ, ਬਾਬਾ ਮੰਝ ਸਾਹਿਬ, ਭਾਈ ਬਹਿਲੋ ਸਾਹਿਬ, ਭਾਈ ਬਹੋੜੂ, ਕਿੰਨੇ ਕੁ ਗੁਰਸਿੱਖਾਂ ਦਾ ਕਿਵੇਂ ਉਹਨੀ ਘਾਲਣਾ, ਘਾਲ ਘਾਲ ਕੇ। ਬਾਬਾ ਬੁੱਢਾ ਸਾਹਿਬ ਥੋੜ੍ਹੀ ਘਾਲ ਘਾਲੀ। ਸੋ ਇਸ ਵਾਸਤੇ ਤੁਹਾਡਾ ਨਾਮ ਜਪ ਜਪ ਕੇ ਅਨ ਤੇ ਰੋਗ ਖਾਏ, ਜਿਹੜੇ ਸਰੀਰ ਦੇ ਰੋਗ ਸੀ ਉਹ ਸੇਵਾ ਕਰ ਕਰ, ਜਿਹੜੇ ਮਨ ਦੇ ਰੋਗ ਸੀ ਬਾਣੀ ਪੜ੍ਹ ਪੜ੍ਹ ਕੇ ਖਾਏ।
ਨਾਸ ਕਰ ਦਿੱਤੇ। ਆਪਣੇ ਤਾਂ ਹੋਏ ਹੀ, ਜਿਹੜਾ ਅੱਜ ਬਾਬਾ ਬੁੱਢਾ ਸਭ ਦੀ ਸ਼ਰਨ ਲੈਂਦਾ ਉਹਦੇ 'ਤੇ ਵੀ ਕਿਰਪਾ ਕਰੀ ਜਾਂਦੇ। ਮਹਾਰਾਜ ਨੇ ਇੰਨੀਆਂ ਗੁਰਸਿੱਖਾਂ ਨੂੰ ਬਖਸ਼ਾਂ ਕਰ ਦਿੱਤੀਆਂ, ਇੰਨੀਆਂ ਬਰਕਤਾਂ ਦੇ ਦਿੱਤੀਆਂ, ਜਿਵੇਂ ਭਾਵਨਾ ਮਹਾਰਾਜ ਪੂਰੀਆਂ ਕਰਦੇ ਉਵੇਂ ਉਹ ਗੁਰਸਿੱਖ ਵੀ ਕਰੀ ਜਾਂਦੇ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬੀੜ ਸਾਹਿਬ, ਬਾਬਾ ਬੁੱਢਾ ਸਾਹਿਬ, ਰਵਿਦਾਸ ਸਾਹਿਬ, ਉੱਥੇ ਸੰਗਤਾਂ ਦੀ ਕਾਮਨਾ ਪੂਰੀ ਹੁੰਦੀ ਨਹੀਂ, ਹੋ ਰਹੀਆਂ, ਕਿਉਂਕਿ ਉਹਨਾਂ ਨੂੰ ਸੱਤਾ ਸਮਰੱਥਾ ਹੀ ਇੰਨੀ ਦੇ ਦਿੱਤੀ ਮਹਾਰਾਜ ਨੇ ਉਹਨਾਂ ਗੁਰਸਿੱਖਾਂ ਨੂੰ। ਕਮਾਲ ਹੀ ਹੈ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਇਹ ਪਿਆਰੇ ਤੁਹਾਡਾ ਨਾਮ ਜਪ ਜਪ ਕੇ ਤਨ 'ਤੇ ਰੋਗ ਖਏ। ਇਹ ਸਰੀਰ ਔਰ ਸੂਖਸ਼ਮ ਮਨ ਵਿੱਚੋਂ ਸਾਰੇ ਰੋਗ ਜਿਹੜੇ ਸੀ ਮਨ ਵਾਣੀ ਸਰੀਰ ਕਰਕੇ ਨਾਸ ਹੋ ਗਏ, ਬਿਲਕੁਲ ਤੰਦਰੁਸਤ ਆਰੋਗ ਹੋ ਗਏ ਹਨ। ਮਹਾਮੁਗਧ ਅਜਾਨ ਅਗਿਆਨੀ, ਜਿਹੜੇ ਮਹਾਨ ਮੁਗਧ ਮੂਰਖ ਅਜਾਨ ਸੀ, ਅਗਿਆਨੀ ਸਨ, ਰਾਖੇ ਧਾਰ ਦਏ, ਆਪਣੀ ਦਇਆ ਧਾਰ ਕੇ ਉਹਨਾਂ ਦੀ ਰੱਖਿਆ ਕੀਤੀ। ਛੱਜੂ ਝੀਰ ਵਰਗੇ ਜਿਹੜੇ ਗੁੰਗੇ ਸੀ, ਪਾਗਲ ਸੀ, ਮੂੰਹ 'ਚੋਂ ਲਾਲਾਂ ਚੋ ਰਹੀਆਂ ਸੀ, ਆਪਣੇ ਆਪ ਦੀ ਸੋਝੀ ਸਮਰੱਥਾ ਨਹੀਂ ਸੀ। ਪਿੰਗਲ ਪਰਬਤ ਪਾਰ ਪਰੇ ਖਲ ਚਤਰਵ ਕੀਤਾ, ਅੰਧਲੇ ਤਿਰ ਪਵ ਸੂਝਿਆ ਗੁਰ ਭੇਟ, ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਉਹ ਤਾਂ ਆਪ ਸਮਰਾਥਿਆ ਨਾ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹ ਪਾਗਲਖਾਨੇ ਚਲੇ ਗਏ। ਹੁਣ ਅੰਦਰ ਡੱਕਿਓ ਹੁੰਦੇ ਨਾ, ਕਹਿੰਦੇ ਇਹਨਾਂ ਨੂੰ ਕੈਦ ਕੀਤਾ ਮਨੁੱਖਾਂ ਨੂੰ, ਕਹਿੰਦੇ ਜੇ ਤਾਂ ਪਾਗਲ ਗਲ ਪੈਂਦੇ, ਮਾਂ ਪਿਓ ਦੇ ਵੀ ਸਕੇ ਨਹੀਂ, ਰਿਸ਼ਤੇਦਾਰਾਂ ਕਿਸੇ ਦੇ ਸਕੇ ਨਹੀਂ, ਸਿਰ ਪਾੜਨ ਪੈਂਦੇ ਆ, ਅੰਡ ਵੰਡ ਬੋਲਦੇ। ਆਹ ਸ਼ਬਦ ਪੜ੍ਹਿਆ ਮਹਾਰਾਜ ਦਾ ਬਿਲਾਵਲ 'ਚੋਂ, ਜਾਂਦੇ ਖੋਲ ਤੋਂ ਸਾਰੇ ਹੀ ਤੰਦਰੁਸਤ। ਗੁਰੂ ਸਾਹਿਬ ਤਾਂ ਆਪ ਸਮਰੱਥ ਹੈ, ਉਹਨੇ ਆਪਣੇ ਸੇਵਾਦਾਰਾਂ 'ਚ ਵੀ ਐਸੀਆਂ ਕਲਾ ਜਿਹਨੀ ਨਾਮ ਬਾਣੀ ਦਾ ਅਭਿਆਸ ਕੀਤਾ ਰੱਖੀਆਂ ਹੋਈਆਂ ਹਨ। ਇਸ ਕਰਕੇ ਕਹਿੰਦੇ ਹਨ, ਉਹ ਕਹਿੰਦੇ ਕਿ ਅਗਿਆਨੀ ਸੀਗੇ, ਮੂਰਖ ਸੀਗੇ, ਅਣਜਾਣ ਸੀ, ਦਏ ਮੈਨੇ ਦਇਆ ਧਾਰ ਕੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਰੱਖ ਲਿਆ ਹੈ। ਕਹੋ ਨਾਨਕ ਗੁਰ ਪੂਰਾ ਭੇਟਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਿਰਪਾ ਕਦੋਂ ਹੁੰਦੀ ਹੈ? ਜਦੋਂ ਪੂਰਾ ਗੁਰੂ ਭੇਟਿਓ ਮਿਲ ਗਿਆ। ਅਧੂਰਿਆਂ ਕੋ ਜਿੰਨਾ ਮਰਜ਼ੀ ਫਿਰਦੇ ਰਹੋ, ਲਾਰੇ ਲੱਪੇ ਤਾਂ ਬਹੁਤ ਲਾਉਣਗੇ, ਪਰ ਪ੍ਰਾਪਤੀ ਨਹੀਂ ਹੋਣੀ। ਹੁਣ ਰੇਤਾ ਪੀੜ ਕੇ ਤਾਂ ਤੇਲ ਨਿਕਲਣਾ ਹੀ ਨਹੀਂ। ਇਸ ਤਰ੍ਹਾਂ ਜਿਹੜੇ ਅਧੂਰੇ ਆ ਉਹ ਗੱਲਾਂ ਬਾਤਾਂ ਤਾਂ ਬਹੁਤ ਕਰਦੇ ਆ, ਔਰ ਇਸ ਤਰ੍ਹਾਂ ਦੀਆਂ ਵਿਡੰਬਣੀਆਂ ਗੱਲਾਂ ਕਰ ਕਰਕੇ ਭੋਲੇ ਭਾਲੇ ਗੁਰਸਿੱਖਾਂ ਨੂੰ ਵੀ ਚੁੰਗਲ 'ਚ ਫਸਾ ਲੈਂਦੇ, ਪਰ ਉੱਥੋਂ ਨਿਕਲਦਾ ਨਹੀਂ ਕੁਛ ਵੀ। ਉਹ ਫਿਰ ਟੱਕਰਾਂ ਮਾਰ ਮਾਰ ਕੇ, ਕਈ ਆ ਕਨੇਡੇ ਇੱਕ ਬਜ਼ੁਰਗ ਹੁੰਦੇ ਸੀ, ਜਿੰਨੇ ਉੱਥੇ ਵਿਦਵਾਨ ਗਏ ਨਾ, 5000 ਟੇਪ ਦੀ ਰਿਕਾਰਡਿੰਗ ਸੀ ਉਸ ਵੇਲੇ। ਉਦੋਂ ਇੰਨੇ ਸਾਧਨ ਨਹੀਂ ਸੀ। ਉਹ 35 ਸਾਲ ਕਹਿੰਦੇ ਮੈਂ ਫਲਾਣੇ ਥਾਂ ਜਾਂਦਾ ਰਿਹਾ। ਉਹਨਾਂ ਦੇ ਉਹ ਆਪਣੇ ਫੋਟੋ ਦਾ ਧਿਆਨ ਕਰਾਉਂਦੇ। ਫਿਰ ਉਹ ਮਹਾਰਾਜ ਦੀ ਮਿਹਰ ਹੋ ਗਈ, ਕੋਈ ਬਾਣੀ ਦਾ, ਫਿਰ ਉਹਨੇ ਅੰਮ੍ਰਿਤ ਛਕ ਲਿਆ। ਸੋ ਇਸ ਵਾਸਤੇ ਪੂਰੇ ਗੁਰੂ ਦੀ ਜਿਹੜੀ ਸ਼ਰਨ ਹੈ, ਉਹ ਦਏ ਮੈਨੇ ਦਇਆ ਧਾਰ ਕੇ ਮਹਾਰਾਜ ਕਿਰਪਾ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ ਹਨ। ਕਹੋ ਨਾਨਕ ਗੁਰ ਪੂਰਾ ਭੇਟਿਓ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਬਈ ਗੁਰਮੁਖੋ ਪੂਰਾ ਗੁਰੂ ਮਿਲ ਜਾਏ। ਹੁਣ ਆਪਾਂ ਨੂੰ ਪੂਰਾ ਗੁਰੂ ਤਾਂ ਮਿਲਿਆ, ਇਹ ਤਾਂ ਕੋਈ ਸ਼ੱਕ ਹੈ ਨਹੀਂ, ਪਰ ਜੇ ਹੁਣ ਬਚਨ ਹੀ ਨਹੀਂ ਮੰਨਣਾ। ਕਬੀਰ ਪੂਰਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲੱਗ ਗਈ, ਜਿਉਂ ਬਾਂਸ ਵਜਾਈਐ ਫੂਕ। ਗੁਰੂ ਤਾਂ ਹੁਣ ਆਪਾਂ ਕਦੀ ਨਹੀਂ ਕਹਿ ਸਕਦੇ ਵੀ 10 ਗੁਰੂ, ਗੁਰੂ ਗ੍ਰੰਥ ਸਾਹਿਬ ਅਧੂਰੇ।
ਕੋਈ ਹੈ ਸ਼ੱਕ? ਪੂਰੇ ਆ, ਪੂਰਾ ਪ੍ਰਵਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ। ਪਰ ਸਾਡਾ ਯਕੀਨ ਨਹੀਂ ਰਹਿ ਗਿਆ, ਹਿੱਲ ਗਏ ਅਸੀਂ। ਕਬਰਾਂ ਮੜੀਆਂ ਮਸਾਣਾ ਲਾਲਾਂ ਵਾਲੇ ਕਿੱਥੇ ਕਿੱਥੇ ਭਟਕਦੇ ਫਿਰਦੇ। ਹੁਣ ਉਹ ਮੁਸਲਮਾਨੀ ਦੇਸਾਂ ਚਲੇ ਜਾਓ, ਕਿਤੇ ਕੋਈ ਕਬਰ ਪੀਰਖਾਨਾ ਨਹੀਂ, ਅਤੇ ਸਾਡੇ ਲੋਕਾਂ ਨੇ ਇੰਨੇ ਬਣਾ ਦਿੱਤੇ ਹੈ ਜਿਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ। ਤੁਰੇ ਇੱਧਰ ਪਿਆ ਸੰਸਾਰ ਸਾਰਾ। ਗੁਰੂ ਮਹਾਰਾਜ ਦਾ ਤਾਂ ਭਰੋਸਾ ਹੀ ਛੱਡਦਾ ਵੀ ਇਸ ਤਾਂ ਘਰ ਖਾਲੀ ਹੋ ਗਿਆ, ਇੱਥੋਂ ਨਹੀਂ ਹੁਣ ਕੁਝ ਲੱਜਣਾ। ਇਸ ਮੰਤਰ 'ਚ ਕੋਈ ਤਾਕਤ ਨਹੀਂ, ਇਸ ਬਾਣੀ ਬਾਣੇ 'ਚ ਨਹੀਂ। ਕੋਈ ਕਿਤੇ ਭਟਕ ਰਿਹਾ, ਕੋਈ ਕਿਤੇ ਭਟਕ ਰਿਹਾ। ਸ਼ਾਂਤੀ ਨਹੀਂ ਹੈ। ਸ਼ਾਂਤੀ ਤਾਂ ਆਉਣੀ ਮਹਾਰਾਜ ਦੇ ਚਰਨਾਂ 'ਚ। ਇਸ ਕਰਕੇ ਪਾਤਸ਼ਾਹ ਕਹਿੰਦੇ ਆ, ਇਹ ਵੀ ਉਹ ਕਿਰਪਾ ਕਰੇ, ਕਹੋ ਨਾਨਕ ਗੁਰ ਪੂਰਾ ਭੇਟਿਓ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਪੂਰਾ ਗੁਰੂ ਮਿਲਣ ਤੋਂ ਬਾਅਦ ਗੁਰੂ ਦੇ ਬਚਨ, ਗੁਰੂ ਕੀ ਮਰਜ਼ਾਦਾ ਨੂੰ ਗ੍ਰਹਿਣ ਕਰ ਲਿਆ ਹੈ। ਆਮਨ ਜਾਨ ਰਹੇ, ਉਹਨਾਂ ਦਾ ਫਿਰ ਆਉਣਾ ਅਤੇ ਜਾਣਾ ਰਹਿ ਜਾਂਦਾ। ਜੰਮਣਾ ਮਰਨਾ, ਆਵਾਗਮਨ 84 ਲੱਖ ਜੂਨਾਂ 'ਚ ਭਟਕਣਾ ਖਤਮ ਹੋ ਜਾਂਦਾ। ਜਿਹੜੇ ਅਧੂਰੇ ਗੁਰੂ ਆ, ਹੁਣ ਮਹਾਰਾਜ 6ਵੇਂ ਪਾਤਸ਼ਾਹ ਗਏ ਸੀ ਨਾ ਲਦਾਈ ਕੇ ਪਿੰਡ ਮਾਲਵੇ 'ਚ, ਬਹੁਤ ਵੱਡਾ ਫਨੀਅਰ ਨਾਗ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਫੂਕ ਮਾਰੀ ਅਤੇ ਸਾਰਾ ਜ਼ਹਿਰੀਲਾ ਮਾਰਦਾ ਹੈਗਾ, ਅਤੇ ਗੋਲੀ ਤੀਰ ਨਾ, ਕਹਿੰਦੇ ਨਹੀਂ। ਮਹਾਰਾਜ ਫਿਰ ਦਿਆਲੂ ਸੀਗੇ, ਚਰਨ ਛੁਆ ਦਿੱਤਾ, ਸਰੀਰ ਛੱਡ ਗਿਆ, ਪਲਟਾ ਖਾਧਾ ਦਿਨ, ਸਾਰਾ ਕੀੜਿਆਂ ਨਾਲ ਭਰਿਆ। ਕਹਿੰਦੇ ਮਹਾਰਾਜ ਇਹ ਕਾਰਨ, ਕਹਿੰਦੇ ਕਲਯੁਗ ਦਾ ਗੁਰੂ ਸੀ। ਆ ਜਿੰਨੇ ਕੀੜਿਆਂ ਦੀ ਸਿੱਖੀ ਸੇਵਕੀ ਸੀ, ਉਹਨਾਂ ਦਾ ਦਸਵੰਧ ਲੈ ਲੈ ਖਾਂਦਾ ਹੁੰਦਾ ਸੀ। ਆਪ ਕੰਢੇ ਲੱਗਾ ਨਹੀਂ, ਲਾਰੇ ਲਾਉਂਦਾ ਰਿਹਾ, ਝਾਂਸੇ ਦਿੰਦਾ ਰਿਹਾ। ਉਹਨਾਂ ਨੂੰ ਹੁਣ ਕਿੱਥੇ ਕੰਢੇ ਲਾਉਣਾ ਸੀ। ਇਹ ਉਹਨਾਂ ਨੂੰ ਖਾਂਦਾ ਸੀ, ਉਹ ਕੀੜੇ ਬਣ ਕੇ ਇਹਨੂੰ ਖਾ ਰਹੇ। ਫਿਰ ਅਧੂਰਿਆਂ ਦੀ ਇਹ ਹਾਲਤ ਹੁੰਦੀ ਹੈ। ਅੱਗੇ ਵੀ ਹੁਣ ਤੁਹਾਡੀ ਮਰਜ਼ੀ ਹੈ ਕਿੱਧਰ ਜਾਣਾ। ਬਾਣੀ ਵੀ ਦੱਸਦੀ ਹੈ, ਇਤਿਹਾਸ ਵੀ ਦੱਸਦਾ। ਮਹਾਰਾਜ ਕਹਿੰਦੇ ਕਹੋ ਨਾਨਕ ਗੁਰ ਪੂਰਾ ਭੇਟਿਓ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਨਹੀਂ ਕਹਿ ਰਿਹਾ, ਜੋ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਉਹ ਦੱਸ ਰਿਹਾ। ਦੇਖ ਲਓ, ਫਿਰ ਵੀ ਉਹਨੇ ਆਪਣੇ ਬਜ਼ੁਰਗ ਗੁਰੂਆਂ ਦਾ ਸਿਧਾਂਤ ਰੱਖਿਆ। ਆਪ ਉਸੇ ਗੱਦੀ 'ਤੇ ਬੈਠੇ ਆ। ਇਹ ਨਹੀਂ ਕਹਿੰਦੇ ਮੈਂ ਕਹਿ ਰਿਹਾ, ਕਹਿੰਦੇ ਕਹੋ ਨਾਨਕ ਗੁਰ ਪੂਰਾ। ਧੰਨ ਗੁਰੂ ਨਾਨਕ ਸਾਹਿਬ ਜੋ ਕਹਿ ਰਹੇ, ਜਿਨ੍ਹਾਂ ਨੂੰ ਪੂਰਾ ਗੁਰੂ ਭੇਟਿਓ ਮਿਲਿਆ, ਅਤੇ ਰਿਜ਼ਲਟ ਕੀ ਕੱਢਿਆ, ਕਿੱਥੇ ਤੋੜਾ ਝਾੜਿਆ। ਕਹਿੰਦੇ ਆਵਣ ਜਾਣ ਰਹੇ, ਉਹਨਾਂ ਦਾ ਆਉਣਾ ਜਾਣੇ ਖਤਮ ਹੋ ਗਿਆ। ਜੰਮਣ ਮਰਨਾ, 84 ਲੱਖ ਜੂਨਾਂ ਦੀ ਭਟਕਣਾ ਮਿਟ ਗਈ। ਉਹ ਗੁਰੂ ਵਿੱਚ ਅਭੇਦ ਹੋ ਗਏ। ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਿਧਾਂਤ ਉਪਦੇਸ਼, ਉਹਨਾਂ ਦੇ ਹੀ ਪਾਵਨ ਸਥਾਨ 'ਤੇ ਆਪ ਨੇ ਸ਼ਰਵਣ ਕੀਤਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਧੰਨਵਾਦ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।